ਕੇ ਅੰਗਦ ਗੁਰੂ ਅਮਰਦਾਸ ਕਰ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਕਰੋ ਕਰ ਬੰਦ। ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਾਂਚ ਬਰਖ ਕੀ ਹੋਈ ਬੈਸਾ। ਕਰਨ ਲੱਗੇ ਕਾਰਜ ਪੁਨ ਐਸਾ। ਲੈ ਵਸਤ ਕਰ ਬਾਹਰ ਧਾਵ ਹੈ। ਜੋ ਲੇਵਹਿ ਸੋ ਜਾਏ ਗਵਾਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਭਾਏਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਰੱਖਣ ਤੋਂ ਬਾਅਦ ਪਰਿਵਾਰ ਨੇ ਪ੍ਰੋਹਤ ਹਰਦਿਆਲ ਪੰਡਤ ਜੀ ਦਾ ਮਾਣ ਸਤਿਕਾਰ ਕਰਨਾ ਕੀਤਾ। ਪੰਡਤ ਜੀ ਹੁਣ ਹਿਸਾਬ ਕਿਤਾਬ ਲਾਉਂਦੇ ਜਾਂਦੇ ਨੇ ਵੀ ਤੇਰੀ ਉਮਰ ਬਹੁਤ ਹੋ ਗਈ, ਅੱਗਾ ਨੇੜੇ ਆ ਗਿਆ ਹੈ ਕਿ ਜਦੋਂ ਇਹਨਾਂ ਨੇ ਬਚਪਨ ਤਿਆਗਣਾ, ਜਵਾਨ ਹੋਣਾ, ਜਦੋਂ ਬਚਨ ਸੁਣਾ ਕੇ ਨਿਹਾਲ ਕਰਨਾ ਸੰਸਾਰ ਨੂੰ, ਤੂੰ ਪਤਾ ਨਹੀਂ ਉਦੋਂ ਤੱਕ ਰਹਿੰਦਾ ਕਿ ਨਹੀਂ ਰਹਿੰਦਾ। ਇਹ ਖਿਆਲ ਆਇਆ ਵੀ ਜਦੋਂ ਇਹ ਪਰਮੇਸ਼ਰ ਸਰੂਪ ਨੇ, ਮੈਂ ਕਿਉਂ ਨਾ ਇਹਨਾਂ ਦੇ ਚਰਨਾਂ 'ਚ ਅਰਦਾਸ ਕਰਾਂ ਕਿ ਮੈਨੂੰ ਉਦੋਂ ਤੱਕ ਰੱਖ ਲਓ ਤਾਂ ਕਿ ਮੈਂ ਮਰਨ ਤੋਂ ਪਹਿਲਾਂ ਆਪਣੇ ਅੰਦਰੋਂ ਸਭ ਤਰ੍ਹਾਂ ਦੇ ਭਰਮ ਮਿਟਾ ਲਾਂ, ਮੇਰੇ ਅੰਦਰੋਂ ਬੰਧਨ ਜਿਹੜੇ ਪਏ ਹੋਏ ਨੇ ਉਹ ਖਤਮ ਹੋ ਜਾਣ। ਇਉਂ ਸੋਚਦੇ ਸੋਚਦੇ ਆਪਣੇ ਘਰੇ ਚਲੇ ਜਾਂਦੇ ਨੇ। ਹੁਣ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਲਣ ਪੋਸ਼ਣ ਹੋ ਰਿਹਾ। ਮਾਤਾ ਜੀ ਬਹੁਤ ਲਾਡ ਲਡਾਉਂਦੇ ਨੇ, ਅਦਕ ਸਨੇਹ ਹੈ ਮਾਤਾ ਦਾ। ਸਹਿਜੇ ਸਹਿਜੇ ਸਰੀਰ ਵੱਡਾ ਹੁੰਦਾ ਜਾਂਦਾ, ਬੈਠਣਾ, ਰਿੜਨਾ, ਫਿਰ ਮੰਜੇ ਦੇ ਨਾਲ ਖੜੇ ਹੋਣਾ। ਹੁਣ ਆਪ ਹੀ ਭੱਜੇ ਫਿਰਦੇ ਵਿਹੜੇ ਦੇ ਵਿੱਚ ਬੱਚੇ ਖੇਡਣ ਵਾਸਤੇ ਆਉਂਦੇ,
ਉਹਨਾਂ ਦੇ ਨਾਲ ਤੁਰ ਜਾਂਦੇ। ਪੂਰੀ ਤਲਵੰਡੀ ਦੇ ਬੀਬੇ ਭਾਈ ਇੱਕ ਵਾਰ ਉਸ ਗਲੀ ਦਾ ਗੇੜਾ ਜ਼ਰੂਰ ਲਾਉਂਦੇ, ਜਿਸ ਗਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਖੇਡਦੇ ਮਿਲਦੇ ਨੇ। ਹਰ ਇੱਕ ਉਹਨਾਂ ਦੇ ਬਚਨ ਸੁਣਦਾ ਹੈ, ਹਰ ਇੱਕ ਉਹਨਾਂ ਦੀ ਸੁੰਦਰਤਾ ਤੇ ਮੋਹਿਤ ਹੁੰਦਾ ਹੈ। ਇਉਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਹੈ। ਇਸ ਤੋਂ ਅੱਗੇ ਕਥਾ ਦੀ ਰਮਤਾ ਹੁੰਦੀ ਹੈ। ਔਰ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਂਚ ਬਰਖ ਕੀ ਹੋਈ ਬੈਸਾ। ਜਿਸ ਵਕਤ ਉਮਰ 5 ਸਾਲ ਦੇ ਨੇੜੇ ਹੁੰਦੀ ਹੈ, ਕਰਨ ਲਗੇ ਕਾਰਜ ਪੁਨ ਐਸਾ। ਤਾਂ ਸਤਿਗੁਰਾਂ ਜੀ ਨੇ ਇਸ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੈ ਵਸਤ ਕਰ ਬਾਹਰ ਧਾਵ ਹੈ। ਸਤਿਗੁਰੂ ਜੀ ਆਪਣੇ ਘਰੋਂ ਜਿਹੜੀ ਚੀਜ਼ ਉਹਨਾਂ ਤੋਂ ਚੁੱਕੀ ਜਾਂਦੀ ਹੈ ਉਹ ਚੁੱਕ ਲੈਂਦੇ ਨੇ, ਜਿਹੜੀ ਨਹੀਂ ਚੁੱਕੀ ਜਾਂਦੀ ਉਹਨੂੰ ਫਿਰ ਖਿੱਚ ਕੇ ਲਿਆਉਂਦੇ। ਘਰੋਂ ਬਾਹਰ ਸੁੱਟਣ ਦਾ ਕੰਮ ਸ਼ੁਰੂ ਕੀਤਾ। ਜੋ ਲੇਵਹਿ ਸੋ ਜਾਏ ਗਵਾਵਹਿ। ਜਿਹੜੀ ਚੀਜ਼ ਅੰਦਰੋਂ ਚੁੱਕੀ ਗਈ, ਖਿੱਚੀ ਗਈ, ਉਹਨੂੰ ਬਾਹਰ ਗਵਾ ਦੇਣਾ। ਦੋਹਰਾ ਭਾਂਜਨ ਭੂਖਨ ਬਸਨ ਜੇ। ਨਿਜ ਨਿਕੇਤ ਤੇ ਲੈ। ਕੋਈ ਭਾਂਡਾ ਮਿਲ ਗਿਆ, ਕੋਈ ਗਹਿਣਾ ਮਿਲ ਗਿਆ, ਕੋਈ ਕੱਪੜਾ ਮਿਲ ਗਿਆ। ਜਿਹੜੀ ਵੀ ਚੀਜ਼ ਹੱਥ ਦੇ ਵਿੱਚ ਆ ਜਾਂਦੀ ਹੈ ਘਰੋਂ, ਜਾਏ ਨਿਰਸਤ ਹੈ ਜਾਏ ਤਹ ਜਹ ਅਗਾਤ ਦੀਨੇ। ਅੱਗੇ ਉਸ ਤੋਂ ਜਾ ਕੇ ਦੇ ਦਿੰਦੇ ਹਨ ਜਿਹੜਾ ਉੱਥੇ ਪਹਿਲਾਂ ਹੀ ਲੈਣ ਵਾਸਤੇ ਖੜਿਆ ਹੁੰਦਾ, ਪਹਿਲਾਂ ਖੜਿਆ ਹੁੰਦਾ, ਉਹਨੂੰ ਦੇ ਆ ਵੀ ਲੈ ਵੀ ਮਿੱਤਰਾ ਤੂੰ ਕਰ ਐਸ਼। ਧਰਮ ਦੀ ਸ਼ੁਰੂਆਤ ਦੇਣ ਤੋਂ ਹੈ, ਤਿਆਗ ਤੋਂ ਹੈ। ਲੈਣਾ ਨਹੀਂ ਹੈ ਧਰਮ ਦੇ ਵਿੱਚ, ਦੇਣਾ ਹੈ। ਰਹਿਬਰੀ ਪੁਰਸ਼ ਆਖਰੀ ਸਮੇਂ ਮੁਹੰਮਦ ਸਾਹਿਬ ਜੀ ਬੜੇ ਬਿਮਾਰ ਸਨ, ਮੌਤ ਦੇ ਨੇੜੇ ਲੱਗੇ। ਬੜੇ ਬੇਚੈਨ ਬੇਗਮ ਨੂੰ ਕਹਿਣ ਲੱਗੇ ਵੀ ਮੈਨੂੰ ਨਾ ਨੀਂਦ ਨਹੀਂ ਆ ਰਹੀ। ਉਹ ਕਹਿੰਦੇ ਵੀ ਤੁਹਾਡੀ ਸਿਹਤ ਠੀਕ ਨਹੀਂ ਹੈ, ਵੈਦ ਕੁਝ ਦਵਾਈਆਂ ਗਰਮ ਦੇ ਦਿੰਦੇ ਆ। ਕਹਿੰਦੇ ਵੀ ਨਹੀਂ, ਮੈਂ ਬਿਮਾਰੀ ਕਰਕੇ ਤਾਂ ਬੇਚੈਨ ਨਹੀਂ ਹਾਂ, ਦਵਾਈਆਂ ਕਰਕੇ ਵੀ ਨਹੀਂ, ਮੈਨੂੰ ਕੁਝ ਹੋਰ ਲੱਗਦਾ ਹੈ। ਕਹਿੰਦੇ ਵੀ ਹੋਰ ਕੀ ਲੱਗਦਾ ਹੈ? ਕਹਿੰਦੇ ਵੀ ਅੱਜ ਤੁਸੀਂ ਕੁਝ ਰੱਖਿਆ ਤਾਂ ਨਹੀਂ, ਜਿਹੜੇ ਲੋਕ ਦੇ ਕੇ ਜਾਂਦੇ ਆ ਧਰਮ ਦੇ ਨਾਂ ਤੇ ਇੱਥੇ, ਕਿ ਆਪਾਂ ਨੇ ਅੱਗੇ ਵੰਡਣਾ ਹੁੰਦਾ ਹੈ, ਵੀ ਤੁਸੀਂ ਰੱਖਿਆ ਤਾਂ ਨਹੀਂ ਕੋਲ? ਉਹ ਕਹਿਣ ਲੱਗੇ ਵੀ ਮੈਂ 5 ਮੋਹਰਾਂ ਰੱਖ ਲਈਆਂ। ਉਹ ਇਸੇ ਕਰਕੇ ਰੱਖਿਆ ਵੀ ਤੁਹਾਡੀ ਸਿਹਤ ਰਾਤ ਨੂੰ ਜ਼ਿਆਦਾ ਵੀ ਢਿੱਲੀ ਹੋ ਸਕਦੀ ਹੈ ਤੇ ਵੈਦ ਨੂੰ ਰਾਤ ਨੂੰ ਵੀ ਬਣਾਉਣਾ ਪੈ ਸਕਦਾ ਹੈ, ਤਾਂ ਕਿਸੇ ਨੇ ਆਉਣਾ ਨਹੀਂ। ਉਹ ਕਹਿੰਦੇ ਵੀ ਤੂੰ ਮੇਰਾ ਫਿਕਰ ਨਾ ਕਰ, ਪਰ ਇਹ 5 ਮੋਹਰਾਂ ਨਾ ਬਾਹਰ ਕਿਸੇ ਨੂੰ ਦੇ ਕੇ ਆ। ਘਰਵਾਲੀ ਕਹਿੰਦੀ ਵੀ ਇੰਨੀ ਕੀ ਕਾਹਲੀ ਹੈ ਜੀ, ਹੁਣ ਅੱਧੀ ਰਾਤ ਲੈਣ ਵਾਲਾ ਕੌਣ ਕਿੱਥੋਂ ਆ ਗਿਆ? ਕੋਈ ਨਹੀਂ, ਜੇ ਤੁਸੀਂ ਨਹੀਂ ਵਰਤਣੇ ਮੈਂ ਦਿਨ ਚੜੇ ਦੇ ਦੇਣੇ, ਮੈਂ ਕਿਹੜੇ ਰੱਖਣੇ, ਦੇ ਹੀ ਦੇਣੇ, ਉਹ ਤਾਂ ਰਾਤ ਰਾਤ ਵਾਸਤੇ ਰੱਖਿਓ। ਕਹਿੰਦੇ ਵੀ ਨਹੀਂ, ਹੁਣੇ ਦੇ ਕੇ ਆ, ਇਹ ਨਹੀਂ ਰੱਖਣੇ। ਇਹ ਪੂਜਾ ਦਾ ਧਾਨ ਜਿਹੜਾ ਹੈ ਧਰਮ ਦੇ ਨਾਂ ਤੇ ਲੋਕਾਂ ਨੇ ਜਿਹੜੇ ਸਾਨੂੰ ਦਿੱਤਾ ਹੈ, ਆਪਣੇ ਧਰਮ ਦੇ ਨਾਂ ਤੇ ਖਰਚਣਾ, ਉਹ ਆਪਣੇ ਕੋਲ ਨਹੀਂ ਰੱਖਣਾ ਹੈ। ਦੇ ਇਹਨੂੰ,
ਕਹਿਣਾ ਮੰਨਿਆ ਤੇ ਉਹ ਦਰਵਾਜ਼ਾ ਖੋਲ੍ਹਦੇ ਤੇ ਵੇਖਦੇ ਆ ਕਿ ਦੇਹੜੀਆਂ ਦੇ ਵਿੱਚ ਬੰਦਾ ਪਿਆ। ਅੱਧੀ ਰਾਤ ਕੁੰਡਾ ਖੜਕਿਆ, ਦਰਵਾਜ਼ਾ ਖੋਲ੍ਹਿਆ ਤੇ ਉੱਠ ਕੇ ਬੈਠ ਗਿਆ। ਉਹ ਕਹਿਣ ਲੱਗਿਆ ਕਿ ਮੈਨੂੰ ਆਸ ਸੀ ਵੀ ਮੇਰੀ ਲੋੜ ਸਿਰਫ ਮੁਹੰਮਦ ਸਾਹਿਬ ਦੇ ਘਰ ਤੋਂ ਪੂਰੀ ਹੋਣੀ, ਹੋਰ ਕਿਤੋਂ ਨਹੀਂ ਹੋਣੀ। ਇਸੇ ਕਰਕੇ ਮੈਂ ਇੱਥੇ ਆ ਕੇ ਪੈ ਗਿਆ। ਰਾਤ ਨੂੰ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਦੇਣ ਦੀ ਨੀਅਤ ਸਾਫ਼ ਹੈ, ਦੇਣ ਵਾਲਾ ਅੱਗੇ ਖੜਿਆ ਹੁੰਦਾ ਹੈ, ਲੈਣ ਵਾਲਾ ਅੱਗੇ ਖੜਿਆ, ਪ੍ਰਬੰਧ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਲੈਣ ਵਾਲੇ ਹਨ, ਤੁਸੀਂ ਦੇਣ ਵਾਲੇ ਤਾਂ ਬਣੋ, ਪਰ ਦੇਣ ਵਾਲਾ ਹੈ ਹੀ ਨਹੀਂ ਕੋਈ। ਸਾਰੇ ਲੈਣ ਵਾਲੇ ਨੇ ਵੀ ਸਾਨੂੰ ਦੇ ਦਿਓ। ਕੀ ਹੈ ਜੀ, ਆਪਣੇ ਹੀ ਹੁੰਦਾ ਨਾ ਵੀ ਫਰੀ ਦੇ ਵਿੱਚ ਸਾਨੂੰ ਚੀਜ਼ ਮਿਲਣੀ ਚਾਹੀਦੀ ਹੈ, ਚਾਹੇ ਲੋੜ ਹੈਗੀ ਹੈ ਚਾਹੇ ਨਹੀਂ, ਪਰ ਛੱਡਣੀ ਕੋਈ ਨਹੀਂ। ਗੱਜ ਕੇ ਆਖੋ ਸਤਿਨਾਮ। ਦੇਣੀ ਹੈ ਨਹੀਂ ਤੇ ਛੱਡਣੀ ਹੈ ਨਹੀਂ, ਫਰੀ 'ਚ ਮਿਲਦੀ ਨਹੀਂ। ਚਾਹੇ ਲੋੜ ਹੈਗੀ ਹੈ ਘਰੇ ਚਾਹੇ ਨਹੀਂ, ਪਰ ਫਰੀ ਦੀ ਆਪਾਂ ਨੇ ਲੈ ਲੈਣੀ ਹੈ, ਚੁੱਕ ਲੈਣੀ ਵੀ ਲੈ ਲਓ ਫਰੀ ਦੀ। ਇੱਥੇ ਕਾਹਨੂੰ ਛੱਡਣੀ ਆਪਾਂ ਨੇ, ਫਰੀ 'ਚ ਮਿਲਦੀ ਹੈ ਜੀ। ਸੋ ਧਰਮ ਦੇਣ ਤੋਂ ਸ਼ੁਰੂ ਹੁੰਦਾ ਹੈ, ਦੇਣ ਤੋਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਭਾਂਡੇ ਕੱਪੜੇ ਗਹਿਣੇ ਚੁੱਕ ਕੇ ਬਾਹਰ ਦੇਣੇ ਸੁੱਟਣੇ ਸ਼ੁਰੂ ਕਰਤੇ। ਜਦੋਂ ਕਿ ਬੱਚਾ ਜਿਹੜਾ ਉਹ ਹਮੇਸ਼ਾ ਦੂਸਰੇ ਬੱਚੇ ਦੀ ਖੇਡ ਨੂੰ ਦਬਾ ਕੇ ਰਾਜੀ ਹੁੰਦਾ, ਦੱਬ ਕੇ ਖੋਹ ਕੇ ਰੱਖ ਕੇ ਰਾਜੀ ਹੁੰਦਾ। ਬੱਚੇ ਦਾ ਸੁਭਾਅ ਹੈ, ਬੱਚੇ ਤੇ ਦੂਸਰੀ ਸਾਰੀ ਗੇਮਾਂ ਇਕੱਠੀਆਂ ਕਰ ਲੂ, ਇਹ ਤਾਂ ਮੇਰੀਆਂ ਨੇ, ਪਕੜ ਹੈ। ਪਰ ਇੱਥੇ ਸੰਦੇਸ਼ ਹੈ ਤਿਆਗ ਦਾ, ਦੇਣ 'ਚ। ਧਾਰਮੀ ਬੰਦੇ ਨੂੰ ਹਮੇਸ਼ਾ ਦੇਣ 'ਚ ਸੁੱਖ ਮਿਲਦਾ ਹੈ, ਲੈਣ 'ਚ ਨਹੀਂ। ਲੈ ਕੇ ਉਹ ਦੁਖੀ ਹੁੰਦਾ ਹੈ, ਲੈ ਕੇ ਉਹ ਦੁਖੀ ਹੁੰਦਾ ਵੀ ਮੇਰੇ ਕੋਲ ਕਿਉਂ ਆ ਗਿਆ, ਬੜਾ ਬੋਝ ਮਹਿਸੂਸ ਕਰਦਾ ਵੀ ਕਿੱਥੋਂ ਆ ਗਿਆ। ਇੱਕ ਮਹਾਤਮਾ ਹੋਏ ਨੇ ਜਿਨ੍ਹਾਂ ਦਾ ਨਾਮ ਗੁਰਕਿਰਪਾਲ ਸਿੰਘ ਹੈ। ਅੰਮ੍ਰਿਤਸਰ ਦੇ ਨੇੜੇ ਪਿੰਡ ਹੈ, ਗਿੱਲਾਂ ਵਾਲੀ ਪਿੰਡ, ਅੱਗੇ ਹੁਣ ਗੁਰੂ ਵਾਲੀ ਕਹਿੰਦੇ ਆ, ਤਰਨਤਾਰਨ ਰੋਡ ਤੇ। ਉਹਨਾਂ ਦੇ ਕੋਲ ਇੱਕ ਪਰਿਵਾਰ ਆਉਂਦਾ ਹੈ ਵੀ ਤੁਸੀਂ ਨਾ ਜੀ ਸਾਡੀ ਮਾਈ ਦੀ ਅਰਦਾਸ ਕਰ ਦਿਓ, ਪਾਠ ਕਰ ਦਿਓ, ਲੰਗਰ ਲਾ ਦਿਓ। ਉਹ ਕਹਿੰਦੇ ਵੀ ਤੁਹਾਡੀ ਮਾਈ ਹੈ, ਤੁਸੀਂ ਆਪਣਾ ਪਾਠ ਕਰਾਓ, ਲੰਗਰ ਲਾਓ, ਇਹ ਸਾਡਾ ਕੀ ਲੈਣਾ ਦੇਣਾ ਇਹਦੇ ਵਿੱਚ। ਉਹ ਕਹਿੰਦੇ ਜੀ ਵੀ ਅਸੀਂ ਤੁਹਾਤੋਂ ਕਰਾਉਣਾ ਚਾਹੁੰਦੇ। ਉਹ ਕਹਿੰਦੇ ਵੀ ਨਹੀਂ, ਤੁਹਾਡਾ ਆਪਣਾ ਕੰਮ ਹੈ, ਤੁਸੀਂ ਆਪ ਕਰੋ। ਨਹੀਂ ਜੀ ਅਸੀਂ ਕਰਾਉਣਾ ਚਾਹੁੰਦੇ। ਉਹ ਕਹਿੰਦੇ ਵੀ ਨਹੀਂ, ਅਸੀਂ ਜੋ ਕਰਨਾ ਹੈ ਕਰਾਉਣਾ ਆਪਣੀ ਮਾਇਆ ਚੋਂ ਕਰਾਉਣਾ, ਜਿਹੜੀ ਸਾਡੀ ਆਪਣੀ ਉਹਦੇ ਚੋਂ ਕਰਾਵਾਂਗੇ, ਅਸੀਂ ਕਿਸੇ ਦੀ ਮਾਇਆ ਚੋਂ ਕਿਉਂ ਕਰਾਈਏ। ਨਾ, ਤੁਸੀਂ ਆਪਣੀ ਮਾਇਆ ਚੋਂ ਕਰਾਓ, ਅਸੀਂ ਆਪਣੀ ਮਾਇਆ ਚੋਂ ਕਰਾਵਾਂਗੇ। ਅਸੀਂ ਪਾਠ ਕਰਾਉਣਾ ਆਪਣੀ ਮਾਇਆ ਚੋਂ ਕਰਾਵਾਂਗੇ, ਲੰਗਰ ਲਾਉਣਾ ਆਪਣੀ ਮਾਇਆ ਚੋਂ ਕਰਾਂਗੇ, ਤੁਹਾਡੇ ਤੋਂ ਕੀ ਲੈਣੀ। ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲੋਂ ਹੀ ਕਰਾਉਣਾ ਹੈ, ਤੁਹਾਡੇ ਲੰਗਰ ਵੀ ਤੁਹਾਤੋਂ ਲਾਉਣਾ। ਉਹ ਕਹਿੰਦੇ ਵੀ ਮਾਈ ਤੁਹਾਡੀ ਕੀ ਕਰਦੀ ਸੀ ਪਤਾ ਤੁਹਾਨੂੰ, ਫਾਈਨੈਂਸ ਦਾ ਕੰਮ, ਵਿਆਜ ਦਾ। ਗੱਲ 'ਚ ਗੱਲ ਆ ਜਾਂਦੀ। ਮੈਂ ਵੀ ਕਿਤੇ ਜਾ ਕੇ ਪੁੱਛ ਲਿਆ, ਮੈਂ ਕਿਹਾ ਜੀ ਕਿੰਨਾ ਕੁ ਵਿਆਜ ਹੈ। ਕਹਿੰਦੇ ਜੀ 10% ਹੈ। ਜਾਂ ਤਾਂ ਬੰਦਾ ਇਕੱਠੇ ਲੈ ਕੇ ਭੱਜ ਜੇ, ਜਾਂ ਫਿਰ ਉਹਨਾਂ ਨਾਲ ਹੀ ਨੌਕਰ ਰਲ ਜੇ। ਗੱਜ ਕੇ ਆਖੋ ਸਤਿਨਾਮ। ਵੀ ਉਹਨਾਂ ਦੀ ਨੌਕਰੀ ਕਰੀ ਜਾਵੇ ਵੀ ਮੈਂ ਤੁਹਾਡਾ ਕੰਮ ਕਰੀ ਜਾਂਦਾ ਜੀ, ਵਿਆਜ ਤਾਂ ਮੈਂ ਦੇ ਨਹੀਂ ਸਕਦਾ, ਰਕਮ ਤਾਂ ਮੁੜਨੀ ਨਹੀਂ 10% ਨੂੰ। ਚਲੋ ਠੀਕ ਹੈ, ਕਿਸੇ ਦੀ ਲੋੜ ਹੈ ਵੀ ਪੂਰੀ ਕਰ ਦਿਓ, ਪਰ ਗਲ ਨਾ ਘੁੱਟੋ ਅਗਲੇ ਦਾ। 10% ਬੰਦਾ ਕਿੱਥੋਂ ਮੋੜੂਗਾ। ਪਹਿਲੀ ਗੱਲ ਤਾਂ ਕੋਈ ਜਿਹੜਾ ਲੈਣ ਵਾਲਾ ਹੈ ਉਹ ਵਿਚਾਰਾ ਕਿੰਨਾ ਔਖਾ ਹੋਊਗਾ। ਐਵੇਂ ਤਾਂ ਨਹੀਂ ਕੋਈ ਵਿਆਜ ਤੇ ਪੈਸੇ ਦਿੰਦਾ, ਕੋਈ ਪਤਾ ਨਹੀਂ ਕਿੰਨੀ ਕੁ ਵੱਡੀ ਮਜਬੂਰੀ ਹੁੰਦੀ ਅਗਲੇ ਦੀ। ਤੇ ਅਸੀਂ ਕਹਿੰਦੇ ਵੀ 10% ਦੇ ਦੇਣੇ ਆ, ਕੀ ਬਣੇਗਾ ਸਾਡੇ ਸਮਾਜ ਦਾ।
ਹੁਣ ਮਾਈ ਕਰਦੀ ਫਾਈਨੈਂਸ ਦਾ ਕੰਮ। ਉਹ ਕਹਿੰਦੇ ਵੀ ਭਾਈ ਤੁਸੀਂ ਨਾ ਐਡਰੈਸ ਲਿਖ ਲਓ, ਮੈਂ ਐਡਰੈਸ ਤੁਹਾਨੂੰ ਲਿਖਾ ਦਿੰਦਾ ਤੇ ਤੁਸੀਂ ਚਲੇ ਜਾਓ ਅਫਗਾਨਿਸਤਾਨ ਦੇ ਵਿੱਚ। ਤੁਹਾਡੀ ਮਾਂ ਜਿਹੜੀ ਹੈ ਨਾ ਉਹ ਗਿੱਦੜੀ ਦੀ ਜੂਨ ਦੇ ਵਿੱਚ ਪੈ ਗਈ। ਮੈਂ ਲਿਖ ਕੇ ਦਿੰਦਾ ਐਡਰੈਸ, ਜਾ ਕੇ ਲੱਭ ਲਓ ਆਪਣੀ ਮਾਂ ਨੂੰ। ਤੇ ਹੁਣ ਜੇ ਮਾਂ ਜਿਹੜੀ ਮਾਇਆ ਦੀ ਮਾਲਕ ਗਿੱਦੜੀ ਦੇ ਜੂਨ ਦੇ ਵਿੱਚ ਪਈ ਹੈ, ਤੇ ਜੇ ਅਸੀਂ ਉਹਦੀ ਮਾਇਆ, ਉਹਨਾਂ ਦੀ ਮਾਇਆ ਨਾਲ ਜੁੜਾਂਗੇ ਤੇ ਸਾਡਾ ਕੀ ਹਾਲ ਹੋਊਗਾ? ਅੱਜ ਕੋਈ ਪੁੱਛਦਾ ਵੀ ਇਹ ਮਾਇਆ ਤੁਸੀਂ ਕਿਵੇਂ ਕਮਾਈ, ਕਿੱਥੋਂ ਆਈ ਤੁਹਾਡੇ ਕੋਲ? ਉਹ ਕਹਿੰਦਾ ਵੀ ਦੇ ਜਾ ਤੂੰ, ਪੈਸੇ ਦੇ ਜਾ, ਅਸੀਂ ਕੀ ਲੈਣਾ, ਜਿਵੇਂ ਮਰਜ਼ੀ ਕਮਾ ਲੈ ਜਾ, ਸਾਨੂੰ ਦੇ ਜਾ ਤੂੰ। ਅਸੀਂ ਨਹੀਂ ਦੇਖਣਾ ਵੀ ਤੂੰ ਕਿਵੇਂ ਕਮਾਇਆ, ਤੇਰੀ ਹੱਕ ਹਲਾਲ ਦੀ ਕਮਾਈ ਹੈ ਇਹ, ਨਹੀਂ ਤੂੰ ਦੇ ਜਾ, ਬਸ ਤੇਰੀ ਅਰਦਾਸ ਕਰ ਦਿਆਂਗੇ। ਗੁਰਮੁਖੋ ਕਿੱਥੇ ਭਾਲਦੇ ਫਿਰਦੇ ਆ ਆਪਾਂ ਧਰਮ? ਧਰਮ ਨਹੀਂ ਹੈ। ਸਾਰੇ ਕਹਿੰਦੇ ਵੀ ਸਾਨੂੰ ਦੇ ਜੋ, ਤੁਸੀਂ ਚਾਹੇ ਭੁੱਖੇ ਮਰੋ, ਸਾਨੂੰ ਦੇ ਜੋ। ਕੋਈ ਕਿਸੇ ਨੇ ਪੁੱਛਿਆ ਵੀ ਤੇਰਾ ਕੰਮ ਠੀਕ ਚੱਲਦਾ? ਨਹੀਂ ਨਹੀਂ, ਆਪਾਂ ਨੇ ਕੀ ਲੈਣਾ, ਤੂੰ ਸਾਨੂੰ ਦੇ ਜਾ, ਤੇਰਾ ਚੱਲੇ ਨਾ ਚੱਲੇ, ਸਾਡਾ ਤਾਂ ਚੱਲ ਰਿਹਾ ਨਾ, ਚੱਲਦਾ ਰਹੇਗਾ। ਸੋ ਧਰਮ ਦੀ ਸ਼ੁਰੂਆਤ ਹੈ ਗੁਰਮੁਖੋ ਦੇਣ ਤੋਂ। ਇਮਾਨਦਾਰੀ ਨਾਲ ਵਿਚਾਰ ਕਰਿਓ ਵੀ ਧਰਮ ਦਾ ਸੰਬੰਧ ਹੈ ਆਤਮਾ ਨਾਲ, ਧਰਮ ਦਾ ਸੰਬੰਧ ਹੈ ਪਰਮਾਤਮਾ ਨਾਲ। ਧਰਮ ਦਾ ਸੰਬੰਧ ਕਿਸੇ ਨਾਲ ਤਾਂ ਹੈ ਨਹੀਂ, ਕਿਸੇ ਨਾਲ ਧਰਮ ਦਾ ਸੰਬੰਧ ਨਹੀਂ ਹੈ ਵੀ ਆਪਾਂ ਕਿਸੇ ਨੂੰ ਕਰਕੇ ਦਿਖਾਈਏ ਕੁਝ, ਨਹੀਂ। ਧਰਮ ਦਾ ਸੰਬੰਧ ਅੰਦਰ ਨਾਲ ਹੈ, ਸਿਰਫ ਆਪਣੇ ਨਾਲ ਹੈ। ਹੁਣ ਇਹ ਕਿਉਂ ਹੈ? ਮੈਂ ਬੜਾ ਇਸ ਗੱਲ ਨੂੰ ਬਾਚਦਾ ਰਿਹਾ ਵੀ ਇਹ ਸਾਰੇ ਧਰਮਾਂ ਦੇ ਵਿੱਚ ਦਾਨ ਦੇਣ ਦੀ ਗੱਲ ਕੀਤੀ ਹੋਈ, ਸਾਰੇ ਧਰਮ ਕਹਿੰਦੇ ਨੇ ਇਹ ਦਾਨ ਦੇਣਾ। ਬੜੀ ਵਿਚਾਰ ਕੀਤੀ, ਇਹ ਕੀ ਹੈ? ਜਿੱਥੇ ਜਾਓ ਦਾਨ ਦਾਨ ਦਾਨ, ਸਾਰੇ ਧਾਰਮਿਕ ਸਥਾਨਾਂ ਤੇ ਉਹਦਾ ਭਾਵ ਇੱਕੋ ਹੀ ਸੀ ਕਿ ਬੰਦਿਆ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਵੀ ਅਗਨਤ ਭਰੇ ਭੰਡਾਰ। ਕਹਿੰਦੇ ਪ੍ਰਮਾਤਮਾ ਦਿੰਦਾ ਹੈ, ਸਾਰਿਆਂ ਨੂੰ ਦਿੰਦਾ ਹੈ। ਤੇ ਜੇ ਤੂੰ ਉਹਦਾ ਬੱਚਾ ਹੈ ਨਾ, ਜੇ ਤੂੰ ਉਹਦਾ ਪੁੱਤਰ ਹੈ, ਫਿਰ ਤੂੰ ਵੀ ਦੇਣਾ ਸਿੱਖ, ਦੇਣਾ ਸਿੱਖ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਜਿਹੜੇ ਘਾਲਣਾ ਕਰਕੇ ਹੱਥੋਂ ਦਿੰਦੇ ਨੇ, ਕੀਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਪਹਿਲਾਂ ਤਾਂ ਆਪਣੀ ਕੀਰਤ ਧਰਮ ਦੀ ਹੋਵੇ, ਫਿਰ ਉਹਦੇ ਵਿੱਚੋਂ ਆਪਣਾ ਦਸਵੰਧ ਕੱਢਣਾ, ਦੇਣਾ। ਸੋ ਪ੍ਰਮਾਤਮਾ ਦਾਤਾ ਹੈ, ਪ੍ਰਮਾਤਮਾ ਦਿੰਦਾ ਹੈ, ਤਾਂ ਧਰਮ ਦੇ ਅੰਦਰ ਇਸ ਨੂੰ ਅੱਗੇ ਰੱਖਿਆ ਦੇਣ ਨੂੰ। ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਗ੍ਰਿਸ਼ਤੀ ਬੰਦੇ ਨੇ ਆਪਣੇ ਸਰੀਰ ਨੂੰ ਪੁੰਨ ਦਾਨ ਦਾ ਬਣਾਉਣਾ, ਚੰਗੀ ਸੋਚ, ਚੰਗੇ ਕਰਮ ਲੈਣਾ ਨਹੀਂ, ਦੇਣਾ। ਇਸ ਤਰ੍ਹਾਂ ਧਰਮ ਦੇ ਅੰਦਰ ਪਹਿਲਾ ਜਿਹੜਾ ਅੰਗ ਹੈ ਗੁਰਮੁਖੋ, ਉਹ ਦੇਣ ਦਾ ਹੈ, ਲੈਣ ਦਾ ਨਹੀਂ ਹੈ, ਲੈਣ ਦਾ ਨਹੀਂ ਹੈ, ਦੇਣ ਦਾ ਹੈ। ਹੁਣ ਇਹ ਗੱਲ ਨੂੰ ਵੇਖਿਓ ਵੀ ਇਹ ਕੋਈ ਦਿੰਦਾ ਨਹੀਂ, ਸਾਰੇ ਲੈਣ ਵਾਲੇ ਨੇ। ਇੱਕ ਬਾਬਾ ਪੂਰਨ ਦਾਸ ਜੀ ਹੋਏ ਉਦਾਸੀ ਮਹਾਤਮਾ, ਉਹ ਇੱਥੇ ਕਿਸੇ ਮਾਈ ਦੇ ਕੋਲ ਦੁੱਧ ਛਕਣ ਆਇਆ ਕਰਦੇ ਸੀ। ਤੇ ਮਾਈ ਨੇ ਕਹਿਣਾ, ਬਾਬਾ ਜੀ ਤੁਸੀਂ ਤਾਂ ਦੇਵਤੇ ਹੋ। ਕਹਿੰਦੇ ਭਾਈ ਮੈਂ ਦੇਵਤਾ ਨਹੀਂ, ਮੈਂ ਤਾਂ ਲੇਵਤਾ। ਦੇਵਤਾ ਨਹੀਂ, ਲੇਵਤਾ। ਕਹਿੰਦੇ ਦੇਵਤਾ ਤਾਂ ਦਿੰਦਾ ਹੁੰਦਾ, ਮੈਂ ਤਾਂ ਲੈਣ ਵਾਲਾ, ਦਿਓ ਕੀ ਦੇਣਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਸਾਰੇ ਲੇਵਤੇ ਬਣੇ ਹੋਏ, ਲੇਵਤੇ ਲੈਣ ਵਾਲੇ, ਦੇਵਤਾ ਦੇਣ ਵਾਲਾ ਤਾਂ ਨਹੀਂ ਕੋਈ। ਦੇਵਤਾ ਕਹਿੰਦੇ ਨੇ ਦੇਣ ਵਾਲੇ ਨੂੰ, ਦਿੰਦਾ ਹੈ, ਲੈਂਦਾ ਕੁਝ ਨਹੀਂ ਹੈ। ਸੂਰਜ ਨੂੰ ਦੇਵਤਾ ਕਹਿੰਦੇ ਆ ਨਾ ਆਪਾਂ, ਚੰਦ, ਸੂਰਜ, ਹਵਾ, ਆਗਨ ਦੇਵਤੇ ਕਹੇ ਨੇ ਨਾ ਇਹ।
ਕਿਉਂ ਕਹਿੰਦੇ ਇਹਨਾਂ ਨੂੰ ਦੇਵਤੇ ਬਈ? ਕਿਉਂਕਿ ਅੱਗ ਸੇਕ ਦਿੰਦੀ ਹੈ, ਸਾਡੇ ਤੋਂ ਉਹਦੇ ਬਦਲੇ 'ਚ ਕੁਝ ਲੈਂਦੀ ਨਹੀਂ। ਸੂਰਜ ਸਾਨੂੰ ਰੋਸ਼ਨੀ ਦਿੰਦਾ, ਉਹਦੇ ਬਦਲੇ 'ਚ ਕੁਝ ਲੈਂਦਾ ਤਾਂ ਨਹੀਂ, ਕਿ ਲੈਂਦਾ ਕੁਝ ਨਹੀਂ। ਜਿਹਦਾ ਕੰਮ ਹੈ ਸਿਰਫ ਦੇਣਾ, ਉਹਨੂੰ ਕਹਿੰਦੇ ਨੇ ਦੇਵਤਾ, ਤੇ ਜਿਹਦਾ ਕੰਮ ਹੈ ਸਿਰਫ ਲੈਣਾ, ਉਹ ਲੇਵਤਾ। ਹੁਣ ਲੱਭੋ ਵੀ ਦੇਵਤਾ ਕੌਣ ਹੈ ਬਈ? ਸਾਰੇ ਲੇਵਤੇ ਨੇ, ਲੈਣ ਵਾਲੇ ਨੇ। ਇਹ ਗੁਰੂ ਨਾਨਕ ਦੇ ਘਰ ਦੀ ਗੱਲ ਚੱਲਦੀ ਇੱਥੇ। 5 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇਣਾ ਸ਼ੁਰੂ ਕਰ ਦਿੱਤਾ। ਇਹ ਅੱਜ ਤੱਕ ਦੇਈ ਜਾ ਰਹੇ ਨੇ, ਲੈਂਦੇ ਕੁਝ ਨਹੀਂ। 10ਵੇਂ ਪਾਵਨ ਸਰੂਪ ਦੇ ਵਿੱਚ ਹੱਥ ਦੇ ਵਿੱਚ ਪਾਇਆ ਹੋਇਆ ਸੋਨੇ ਦਾ ਕੜਾ ਸੁੱਟਦਾ। ਮਾਂ ਪੁੱਛਦੀ, ਪੁੱਤਰ ਕਿੱਥੇ ਹੈ? ਦਾਦੀ ਮਾਂ, ਮਾਤਾ ਨਾਨਕੀ ਕਹਿੰਦੇ, ਆ ਜਾ ਮਾਤਾ, ਤੈਨੂੰ ਦੱਸਾਂ ਕਿੱਥੇ ਹੈ। ਲੈ ਗਏ ਨਦੀ ਦੇ ਕਿਨਾਰੇ, ਤੇ ਆਪਣੇ ਹੱਥ ਚੋਂ ਕੜਾ ਕੱਢ ਕੇ ਦੂਸਰਾ ਵੀ ਸੁੱਟਤਾ। ਕਹਿੰਦੇ ਮਾਤਾ ਇੱਥੇ ਡਿੱਗਿਆ। ਦੁਆ ਵੀ ਸੁੱਟਤਾ। ਆਪਾਂ ਗੁਰਮੁਖ ਤੁਰੇ ਫਿਰਦੇ ਇੱਥੇ ਸੋਨੇ ਦੇ ਪਿੱਛੇ, ਬਾਬੇ ਨੇ ਤਾਂ ਸੋਨਾ ਸੁੱਟਤਾ ਦੀ। ਕਹਿੰਦੇ ਵੀ ਇਹਦੇ ਨਾਲ ਗੱਲ ਨਹੀਂ ਕਰਨੀ, ਆਪਾਂ ਤਾਂ ਲੋਹਾ ਹੀ ਠੀਕ ਹੈ। ਲੋਹਾ ਜਿਹੜਾ ਮਰਜ਼ੀ ਲੈ ਲਵੇ, ਸਰਬ ਲੋਹ ਦੀ ਕਿਰਪਾਨ, ਸਰਬ ਲੋਹ ਦਾ ਕੜਾ, ਗਰੀਬ ਤੋਂ ਗਰੀਬ ਬੰਦਾ, ਤੇ ਸੋਨਾ ਤਾਂ ਫਿਰ ਵੀਰੇ ਖਰੀਦੂਗਾ ਨਾ। ਤਿਆਗ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 5 ਸਾਲ ਦੀ ਉਮਰ ਦੇ ਵਿੱਚ ਇਹ ਕੰਮ ਸ਼ੁਰੂ ਕਰਤਾ। ਭਾਂਡਾ ਚੁੱਕਣਾ ਬਾਹਰ, ਕੱਪੜਾ ਚੁੱਕਣਾ ਬਾਹਰ, ਗਹਿਣਾ ਮਿਲ ਗਿਆ ਬਾਹਰ, ਤੇ ਲੈਣ ਵਾਲਾ ਅੱਗੇ ਖੜਿਆ ਹੁੰਦਾ ਸੀ, ਹੈ ਨਹੀਂ ਸੀ ਜਾਂਦੇ। ਇਉਂ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਧਰਮ ਦੀ ਸ਼ੁਰੂਆਤ ਦੇਣ ਤੋਂ। ਹੁਣ ਜੇ ਤਾਂ ਆਪਾਂ ਕੁਝ ਕੰਮ ਕਰਾਂਗੇ ਫਿਰ ਆਪਾਂ ਕਿਸੇ ਨੂੰ ਕੁਝ ਦੇ ਵੀ ਸਕਦੇ, ਜੇ ਆਪਾਂ ਕੰਮ ਹੀ ਨਹੀਂ ਕਰਾਂਗੇ ਫਿਰ ਤਾਂ ਲਵਾਂਗੇ ਹੀ ਨਾ। ਤਾਂ ਗੁਰੂ ਬਾਬਾ ਜੀ ਨੇ ਕਿਹਾ ਸੀ ਵੀ ਆਹ ਜਿਹੜੇ ਤੁਸੀਂ ਧਰਮ ਦੇ ਨਾਂ ਤੇ ਵਿਹਲੇ ਬੈਠੇ ਹੋ ਨਾ, ਲੋਕਾਂ ਤੋਂ ਲੈਣੇ ਹੋ, ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿਓ, ਫਿਰ ਤੁਹਾਨੂੰ ਲੈਣ ਦੀ ਲੋੜ ਨਹੀਂ, ਫਿਰ ਤੁਸੀਂ ਦੇਣ ਵਾਲਿਆਂ ਦੇ ਵਿੱਚ ਸ਼ਾਮਲ ਹੋਵੋਗੇ। ਤਾਂ ਗੁਰੂ ਬਾਬਾ ਜੀ ਨੇ ਕਿਹਾ ਇਹ ਜਿਹੜਾ ਵਿਹਲਾ ਬੈਠਿਆ ਸੀ ਲਾਣਾ, ਸਿਰਫ ਲੈਣਾ ਜਿਹਨਾਂ ਦਾ ਕੰਮ ਸੀ, ਲੈਣ ਵਾਲਾ ਦੇ ਨਹੀਂ ਸਕਦਾ। ਅਸੀਂ ਤਾਂ ਗ੍ਰਸਤੀ ਬੰਦੇ ਪਹਿਲਾਂ ਹੀ ਕੰਮ ਕਰ ਰਹੇ ਸਾਂ, ਕਿਰਤ ਕਰਨ ਵਾਲੇ ਸਾਂ। ਸਾਨੂੰ ਨਹੀਂ ਬਾਬਾ ਜੀ ਨੇ ਕਿਹਾ ਵੀ ਕਿਰਤ ਕਰੋ, ਅਸੀਂ ਤਾਂ ਪਹਿਲਾਂ ਹੀ ਕਰ ਰਹੇ ਹਾਂ ਕਿਰਤ। ਇਹ ਉਹਨਾਂ ਨੂੰ ਕਿਹਾ ਸੀ ਜਿਹੜੇ ਵਿਹਲੇ ਬੈਠੇ ਸੀ ਧਰਮ ਦੇ ਨਾਂ ਤੇ, ਵੀ ਅਸੀਂ ਤਾਂ ਜੀ ਧਰਮੀ ਆ ਜੀ, ਅਸੀਂ ਤਾਂ ਧਰਮੀ ਆਗੂ ਆ ਜੀ, ਅਸੀਂ ਤਾਂ ਲੋਕਾਂ ਨੂੰ ਉਪਦੇਸ਼ ਦਿੰਦੇ ਹਾਂ, ਸਾਨੂੰ ਕੰਮ ਕਰਨ ਦੀ ਲੋੜ ਨਹੀਂ। ਇਹਨਾਂ ਲੋਕਾਂ ਨੂੰ ਗੁਰੂ ਬਾਬਾ ਜੀ ਨੇ ਕਿਹਾ ਵੀ ਕਿਰਤ ਕਰੋ, ਪਰ ਇਹਨਾਂ ਤੇ ਅਸਰ ਨਹੀਂ ਹੋਇਆ। ਇਹ ਕਹਿੰਦੇ ਬਾਬਾ ਜੀ ਸਿੱਖ ਤੁਹਾਡੇ ਬਣ ਜਾਵੇ, ਕੰਮ ਕੋਈ ਨਹੀਂ ਕਰਨਾ। ਸਿੱਖ ਬਣ ਜਾਗੇ ਤੁਹਾਡੇ, ਕੰਮ ਕੋਈ ਨਹੀਂ ਕਰਨਾ, ਕੰਮ ਪਹਿਲਾਂ ਹੀ ਜਾਰੀ ਰੱਖੂਗਾ। ਅੱਜ ਉਹੀ ਹਾਲਤ ਗੁਰਮੁਖੋ ਜਿਉਂ ਦੀ ਤਿਉਂ ਬਣੀ ਵੀ। ਅੱਜ ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਲੇਵ ਤੇ ਲੈਣ ਵਾਲੇ ਬੈਠੇ ਆ, ਦੇਣ ਵਾਲਾ ਕੋਈ ਵੀ ਨਹੀਂ, ਕੋਈ ਨਹੀਂ। ਸਾਨੂੰ ਜੋ ਮਰਜ਼ੀ ਦੇ ਜੋ, ਪਰ ਅਸੀਂ ਨਹੀਂ ਕਿਸੇ ਨੂੰ ਕੁਝ ਦੇਣਾ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝਣਾ ਵੀ ਧਰਮ ਦੇ ਵਿੱਚ ਦੇਣਾ ਹੁੰਦਾ, ਲੈਣਾ ਨਹੀਂ। ਲੈਣਾ ਨਹੀਂ ਹੁੰਦਾ, ਦੇਣਾ ਹੈ। ਦੇਣਾ ਦਿਓ, ਆਪਣਾ ਦਸਵੰਧ ਦੇਣਾ, ਫਿਰ ਆਪਣਾ ਵੀ ਨਹੀਂ ਦਸਵੰਧ ਦੇਣਾ ਧਰਮ ਦੇ ਨਾਂ ਤੇ। ਦਸਵੰਧ ਤੋਂ ਵੱਧ ਜੋ ਕੁਝ ਆਪਾਂ ਦੇਵਾਂਗੇ ਆਪਣਾ ਹੋਊਗਾ। ਦਸਵੰਧ ਤਾਂ ਦੇਣ ਦਾ ਗੁਰੂ ਨੇ ਕਹਿਤਾ। ਫਿਰ ਜਿਹਦੇ ਨਾਮ ਤੇ ਤੁਸੀਂ ਦੇਣਾ, ਪਾਤਸ਼ਾਹ ਜੀ ਕਹਿੰਦੇ ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ। ਤੈਨੂੰ 4 ਗੁਣਾ ਦੇਊਗਾ ਕਰਕੇ। ਦਿੰਦਾ ਕੋਈ 4 ਗੁਣਾ ਕਿਸੇ ਨੂੰ ਕਰਕੇ ਨਹੀਂ। ਲੈਣਾ ਉਹਨੇ ਕੋਈ ਨਹੀਂ, ਬਸ ਤੇਰੇ ਅੰਦਰ ਦੇਣ ਦੀ ਬਿਰਤੀ ਬਣਾਉਣੀ ਹੈ ਤੇ ਤੇਰਾ 4 ਗੁਣਾ ਕਰ ਦੂ। 4 ਗੁਣਾ ਕਰਕੇ ਦਿੰਦਾ ਹੈ। ਆਪਾਂ ਨੂੰ ਪਤਾ ਨਹੀਂ ਹੈ ਕਿੱਥੇ ਕਿੱਥੇ ਉਹ ਸਾਨੂੰ ਬਚਾ ਲੈਂਦਾ ਹੈ, ਪਤਾ ਹੀ ਨਹੀਂ। ਹੋਇਆ ਦਰਦ, ਹਸਪਤਾਲ ਦੇ ਵਿੱਚ ਗਿਆ, ਇੱਕ ਗੋਲੀ ਇੱਕ ਟੀਕਾ ਲੈ ਕੇ ਮੋੜਤਾ, ਕਹਿੰਦਾ ਵੀ ਠੀਕ ਹੈ, ਤੇ ਇੱਕ ਨੂੰ ਪਾ ਲਿਆ ਉੱਥੇ ਲੰਬਾ, ਕਹਿੰਦਾ ਜੀ ਇਹਦਾ ਨਾੜੀਆਂ ਬਲੌਕ ਹੋ ਗਿਆ, ਹਾਰਟ ਦੀ ਪ੍ਰੋਬਲਮ ਆ ਗਈ, ਤੇ ਉਹਨੂੰ 2.5-3 ਲੱਖ ਰੁਪਇਆ ਦੇ ਕੇ ਵੀ ਛੱਡਦੇ ਨਹੀਂ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਕਈ ਤਾਂ ਮਰੇ ਹੋਏ ਦੇ ਪੈਸੇ ਲਈ ਜਾਂਦੇ ਆ ਉੱਥੇ। ਬੰਦਾ ਮਰ ਗਿਆ ਪੈਸੇ ਲੈਂਦੇ।
ਗੁਰਮੁਖੋ ਐ ਚੌਗੁਣ ਨਿਹਾਲ ਕਰਦਾ, ਫਿਰ ਬਚਾਉਂਦਾ ਉਹ ਤੁਹਾਨੂੰ ਉੱਥੇ। ਐਵੇਂ ਨਾ ਕਿਉਂ ਬਈ ਹੈ ਕਿਵੇਂ ਹੁੰਦਾ ਜੀ, ਵੀ ਮੈਂ ਤਾਂ 10 ਰੁਪਏ ਮੱਥਾ ਟੇਕਿਆ ਬਾਬੇ ਨੇ, 40 ਤਾਂ ਮੇਰੇ ਘਰੇ ਨਹੀਂ ਹੈ। ਐ ਨਹੀਂ ਹੁੰਦੇ ਹੈ। ਇਸ ਤਰ੍ਹਾਂ ਮਾਲਕ ਸਾਡੇ ਕੰਮ 'ਚ ਬਰਕਤ ਪਾਉਂਦਾ ਤੇ ਸਾਨੂੰ ਉਹ ਬਚਾਉਂਦਾ ਹੈ। ਆ ਸ਼ੁਰੂਆਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੀ। ਲਿਆ ਕੇ ਚੀਜ਼ ਬਾਹਰ ਸੁੱਟ ਦਿੰਦੇ ਹਨ, ਅੱਗੇ ਲੈਣ ਵਾਲਾ ਖੜਿਆ ਹੁੰਦਾ ਹੈ। ਚੌਪਈ ਕਰਤ ਨਿਤਾ ਪ੍ਰਤ ਇਹ ਬਿਧਕਾਰ। ਇਹ ਸਤਿਗੁਰਾਂ ਜੀ ਦਾ ਇਹ ਰੋਜ਼ ਦਾ ਕੰਮ ਹੈ ਭਾਈ, ਰੋਜ਼ ਦਾ ਹੀ ਪੱਕਾ ਹੀ ਸਦਾ ਵਰਤ ਲਾਇਆ ਹੋਇਆ ਵੀ ਆ ਜਾਓ ਬਈ, ਲੈ ਜਾਓ ਬਈ, ਲੈ ਜਾਓ। ਸਦਾ ਹੀ ਸਤਿਗੁਰੂ ਜੀ ਕਾਰ ਕਰਦੇ ਹਨ। ਦਇਆ ਕਰਨ ਕੋ ਜਿਹ ਵਿਵਹਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਦਇਆ ਨਹੀਂ ਹੈ ਤੇ ਧਰਮ ਕਿੱਥੋਂ ਆ ਗਿਆ? ਜਿਵੇਂ ਮਾਂ ਤੋਂ ਬਿਨਾਂ ਪੁੱਤਰ ਨਹੀਂ ਨਾ ਹੁੰਦਾ, ਜੇ ਮਾਂ ਹੋਊਗੀ ਤਾਂ ਹੀ ਪੁੱਤ ਹੋਊਗਾ। ਇਸੇ ਤਰ੍ਹਾਂ ਹੀ ਜੇ ਦਇਆ ਹੋਊਗੀ ਤਾਂ ਧਰਮ ਦਾ ਜਨਮ ਹੋਣਾ ਹੈ। ਦਇਆ, ਦੂਸਰੇ ਤੇ ਤਰਸ ਆਉਣਾ ਵੀ ਮੈਂ ਇਹਦੀ ਕਿੰਨੀ ਕੁ ਮਦਦ ਕਰ ਸਕਦਾ, ਜਥਾ ਸ਼ਕਤ ਜਿੰਨੀ ਕੁ ਕਰ ਸਕਦਾ ਓਨਾ ਕੁ ਕਰਦੇ, ਜਿੰਨੇ ਕਦੀ ਕਰ ਸਕਦਾ ਉਨੇ ਕਦੀ ਕਰਦੇ। ਸਾਰਿਆਂ ਦਾ ਆਪਣਾ ਠੇਕਾ ਨਹੀਂ ਹੈ, ਸਾਰਿਆਂ ਦਾ ਤਾਂ ਰੱਬ ਦਾ ਹੀ ਹੈ। ਬਸ ਤੇਰਾ ਤਾਂ ਇੰਨਾ ਕੁ ਕੰਮ ਹੈ ਵੀ ਜਿੰਨਾ ਕੁ ਤੂੰ ਕਰ ਸਕਦਾ ਬਈ ਉਨਾ ਕੁ ਤਾਂ ਕਰ ਦੇ ਨਾ, ਉਨਾ ਕੁ ਕਰ। ਉਹ ਆਪਾਂ ਕਹੀਏ ਵੀ ਮਹੀਨੇ ਦਾ ਰਾਸ਼ਨ ਕਿਸੇ ਨੂੰ, ਸਾਲ ਦਾ ਰਾਸ਼ਨ ਨਹੀਂ ਦੇ ਸਕਦਾ, ਇੱਕ ਦਿਨ ਦਾ ਦੇ ਦਿਓ, ਉਹ ਤਾਂ ਕਰ ਲਓ ਨਾ, ਇੱਕ ਦਿਨ ਦਾ ਦੇ ਸਕਦੇ ਆ ਨਾ, ਉਨਾ ਕੁ ਕਰ ਲਓ। ਦਇਆ ਕਰਨ ਕੋ ਜੇ ਵਿਹਾਰ, ਜਿਨ੍ਹਾਂ ਦਾ ਧਰਮ ਹੈ ਹਮੇਸ਼ਾ ਦਇਆ ਕਰਨੀ, ਤਰਸ ਕਰਨੀ ਦੂਸਰਿਆਂ ਤੇ। ਇੱਕ ਬਾਸਰ ਇੱਕ ਭਾਜਨ ਲੀਨਾ। ਇੱਕ ਦਿਨ ਦੀ ਗੱਲ ਹੈ ਵੀ ਜਦੋਂ ਇੱਕ ਦਿਨ ਭਾਂਡਾ ਚੁੱਕਿਆ, ਰੰਗ ਪਿਖਿਓ ਇੱਕ ਤਹਿ ਸੁਟ ਦੀਨਾ। ਗਰੀਬ ਬੰਦਾ ਵੇਖਿਆ ਤੇ ਉਸ ਨੂੰ ਜਾ ਕੇ ਦੇ ਦਿੱਤਾ। ਮੁਰ ਕਰ ਨਿਜ ਘਰ ਆਏ ਜਬ ਹੀ। ਬਈ ਉਦੋਂ ਚੋਰੀ ਪਕੜੀ ਗਈ। ਮਾਤਾ ਨੇ ਦੇਖ ਲਿਆ ਵੀ ਭਾਂਡਾ ਚੁੱਕੀ ਜਾਂਦਾ ਹੈ, ਰੋਕਿਆ ਨਹੀਂ ਹੈ। ਦੇਖਦੀਆਂ ਕੀ ਕਰਦਾ ਹੈ, ਚੁੱਕ ਕੇ ਲੈ ਗਿਆ ਬਾਹਰ ਤੇ ਵਾਪਸ ਖਾਲੀ ਆ ਗਿਆ। ਅੱਜ ਮਾਤਾ ਨੇ ਵੇਖ ਲਿਆ ਵੀ ਭਾਂਡਾ ਲੈ ਕੇ ਗਿਆ ਸੀ ਪਰ ਮੋੜ ਕੇ ਨਹੀਂ ਲਿਆਇਆ। ਜਨਨੀ ਹੇਰੇ ਰੋਸੀ ਤਬ ਹੀ। ਬਸ ਫਿਰ ਮਾਤਾ ਨੂੰ ਗੁੱਸਾ ਚੜ ਗਿਆ, ਕਿਉਂਕਿ ਘਰ ਦੇ ਵਿੱਚੋਂ ਭਾਂਡੇ ਚੋਰੀ ਪਹਿਲਾਂ ਹੁੰਦੇ ਸੀ, ਕੱਪੜੇ ਚੋਰੀ ਹੁੰਦੇ ਸੀ, ਗਹਿਣੇ ਚੋਰੀ ਹੁੰਦੇ ਸੀ, ਪਰ ਇਹ ਨਹੀਂ ਸੀ ਪਤਾ ਵੀ ਕੌਣ ਕਰਦਾ ਇਹ ਕੰਮ, ਪਤਾ ਨਹੀਂ ਸੀ ਹੈ। ਅੱਜ ਚੋਰ ਫੜਿਆ ਗਿਆ ਬਈ, ਮਾਤਾ ਨੂੰ ਆ ਗਿਆ ਗੁੱਸਾ। ਬੂਝਣ ਲੱਗੀ ਕਹਾ ਤੈ ਗੇਰਾ। ਕਹਿੰਦੇ ਉਰੇ ਆ ਜਾ ਪੁੱਤਰਾ, ਉਰੇ ਆ ਜਾ ਪਹਿਲਾਂ ਮੇਰੇ ਕੋਲ, ਇਹ ਦੱਸ ਵੀ ਹੁਣ ਤੇਰੇ ਹੱਥ ਜਿਹੜਾ ਭਾਂਡਾ ਸੀ ਕਿੱਥੇ ਸੁੱਟਿਆ ਉਹ ਦੱਸ ਮੈਨੂੰ। ਅਬ ਥੋ ਕਰਮ ਹੈ ਪਈ ਨਾ ਦੇਰਾ। ਬਹੁਤੀ ਦੇਰ ਨਹੀਂ ਹੋਈ, ਮੈਂ ਦੇਖ ਰਹੀ ਹਾਂ ਤੈਨੂੰ ਜਦੋਂ ਤੂੰ ਚੁੱਕ ਕੇ ਲੈ ਗਿਆ। ਕਿਸੇ ਨੇ ਮੈਨੂੰ ਕਿਹਾ ਨਹੀਂ ਹੈ ਵੀ ਕੋਈ ਚੁੱਕ ਕੇ ਲੈ ਕੇ ਦੇਖ, ਮੈਂ ਆਪ ਦੇਖ ਰਹੀ ਹਾਂ ਖੜੀ। ਦੱਸ ਹੁਣ ਕਿੱਥੇ ਐ? ਮੁਖ ਤੇ ਕਹੈ ਨਾ ਉੱਤਰ ਕੋ। ਸਤਿਗੁਰਾਂ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਮਾਤਾ ਨੂੰ। ਭਏ ਤੂਸ਼ਨੀ ਗਤ ਦਾ ਜੋ। ਮੁਕਤੀ ਦੇ ਦਾਤੇ ਸਤਿਗੁਰੂ ਜੀ ਚੁੱਪ ਕਰ ਜਾਂਦੇ ਹਨ। ਕਰਮ ਹੈ ਲੈ ਲਕਰੀ ਤਬ ਮਾਤਾ। ਮਾਤਾ ਨੂੰ ਆਇਆ ਗੁੱਸਾ, ਮਾਤਾ ਨੇ ਚੁੱਕ ਲਿਆ ਡੰਡਾ। ਫਿਰ ਕਹਿੰਦੀ ਜਦੋਂ ਦੋ ਪੈ ਗਈਆਂ ਫਿਰ ਆਪੇ ਦੱਸੇਗਾ, ਛੇਤੀ ਬੋਲ। ਲੈ ਕੇ ਹੱਥ ਦੇ ਵਿੱਚ ਮਾਤਾ ਡੰਡਾ। ਡਰ ਪਾਵਨ ਲਾਗੀ ਨਿਜ ਤਾਤਾ। ਆਪਣੇ ਪੁੱਤਰ ਨੂੰ ਮਾਤਾ ਡਰਾਉਣ ਲੱਗੀ ਐ। ਦੋਹਰਾ ਮ੍ਰਿਗ ਅਰ ਪਗ ਸੇ ਚਕਤ ਚਖ। ਕਰੇ ਨੀਚ ਡਰ ਮਾਤ। ਜਿਵੇਂ ਕਹਿੰਦੇ ਮਿਰਗ ਦੇ ਬੱਚੇ ਦੀਆਂ ਅੱਖਾਂ ਹੁੰਦੀਆਂ ਨੇ ਨਾ, ਐਸੀ ਸੁੰਦਰਤਾ ਹੈ ਸਤਿਗੁਰੂ ਜੀ ਦੀਆਂ ਅੱਖਾਂ ਦੀ। ਮਿਰਗ ਦੀ ਅੱਖ ਜਿਹੜੀ ਹੈ ਉਹ ਸਭ ਤੋਂ ਸੁੰਦਰ ਮੰਨੀ।
ਪੰਛੀਆਂ ਦੇ ਵਿੱਚ ਮਮੋਲੇ ਦੀ ਅੱਖ ਦਾ ਜ਼ਿਕਰ ਕਰਦੇ ਵੀ ਬੜੀ ਸੁੰਦਰ ਹੈ। ਸੋ ਐਸੇ ਨੇਤਰ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਨੀਵੀਂ ਪਾ ਲਈ ਮਾਤਾ ਤੋਂ ਡਰਦਿਆਂ ਹੋਇਆ। ਜਦੋਂ ਮਾਤਾ ਨੇ ਡੰਡਾ ਚੁੱਕਿਆ ਵੀ ਦੱਸ ਕਿੱਥੇ ਹੈ ਭਾਂਡਾ, ਨੀਵੀਂ ਪਾ ਕੇ ਖੜ ਜਾਂਦੇ ਹਨ ਸਤਿਗੁਰੂ ਜੀ। ਸਜਲ ਭਏ ਚਖ ਦੋ ਮਨੋ ਛੋਰਤ ਸਰਤਾ ਗਾਤ। ਅੱਖਾਂ ਦੇ ਵਿੱਚੋਂ ਆਂਸੂ ਡਿੱਗਦੇ ਹਨ, ਮਾਨੋ ਕਿਤੇ ਦੋ ਮੱਛ ਪਾਣੀ ਪੀ ਕੇ ਆਪਣੇ ਗਲਫੇੜਿਆਂ ਰਾਹੀਂ ਬਾਹਰ ਕੱਢਦੇ ਹੋਣ। ਚਾਪਈ ਲਾਲੂ ਪਿਤਰ ਬੰਧ ਤਬ ਆਇਓ। ਕਿ ਜਦੋਂ ਮਾਤਾ ਜੀ ਨੇ ਡੰਡਾ ਚੁੱਕਿਆ ਨਾ, ਘੂਰ ਕੇ ਪੁੱਛ ਰਹੀ ਸੀ, ਇੰਨੇ ਨੂੰ ਚਾਚਾ ਆ ਜਾਂਦਾ ਘਰੇ ਲਾਲੂ। ਉਹਨੇ ਵੇਖਿਆ ਕਰੁਣਾ ਰਸ ਮਹਿ ਹੋ ਛੁਟਕਾਇਓ। ਉਹ ਆਏ ਤੇ ਉਹਨੇ ਵੇਖਿਆ ਵੀ ਭਰਜਾਈ ਬੜੀ ਗਰਮ ਹੋਈ ਅੱਜ, ਇਹਨਾਂ ਕਿਉਂ ਘੂਰਦੀ? ਕਹਿੰਦੇ ਭਰਜਾਈ ਕੀ ਹੋ ਗਿਆ? ਕਹਿੰਦੇ ਤੈਨੂੰ ਨਹੀਂ ਪਤਾ ਇਹ ਨੁਕਸਾਨ ਬਹੁਤ ਕਰਦਾ ਹੈ, ਅੱਜ ਫੜਿਆ ਗਿਆ। ਕਹਿੰਦੇ ਨਾ ਮਾਰਨਾ ਨਹੀਂ। ਆ ਕੇ ਚਾਚੇ ਨੇ ਆਪਣੇ ਭਤੀਜੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਛਡਾਇਆ ਮਾਂ ਦੇ ਕੋਲੋਂ। ਰਿਸ ਕੀਨੇ ਕਹੀ ਪੁਨ ਵਾਕੂ। ਮਾਤਾ ਗੁੱਸੇ ਦੇ ਵਿੱਚ ਬੋਲਦੀ ਐ, ਬਹੁ ਔਗੁਣ ਕੀਨੇ ਇਨ ਪ੍ਰਾਕੂ। ਕਹਿੰਦੀ ਭਰਾਵਾ ਤੂੰ ਛਡਾਈ ਜਾਂਦਾ ਇਹਨੂੰ, ਅੱਜ ਤਾਂ ਪਤਾ ਲੱਗਿਆ ਵੀ ਪਹਿਲਾਂ ਕਿੰਨੇ ਭਾਂਡੇ ਬਾਹਰ ਸੁੱਟੇ, ਅੱਜ ਤਾਂ ਪਤਾ ਲੱਗਿਆ ਵੀ ਨੁਕਸਾਨ ਸਾਰਾ ਹੀ ਨੇ ਕੀਤਾ ਹੈ। ਤਾਂ ਇਹ ਵੀ ਕਿਤੇ ਨੌਕਰ ਲੈ ਗਏ, ਗੁਆਂਢੀ ਲੈ ਗਏ, ਕੀ ਪਤਾ ਲੱਗਦਾ। ਅੱਜ ਪਤਾ ਲੱਗਿਆ ਵੀ ਤਾਂ ਘਰ 'ਚ ਹੀ ਬੈਠਿਆ ਤੇ ਹੁਣ ਛਡਾਉਣ ਲੱਗਿਆ ਤੂੰ ਇਹਨੂੰ। ਲੈ ਸਦਨ ਤੇ ਵਸਤ ਜੋ ਹੈ ਰਹੇ। ਇਹ ਜਿਹਨੂੰ ਵੀ ਚੀਜ਼ ਟੱਕਰ ਜਾਂਦੀ ਘਰ ਵਿੱਚ ਵੇਖ ਕੇ, ਬਾਹਰ ਨ ਆਨ ਹੈ ਬਾਹਰ ਗੇਰ ਹੈ। ਮੁੜ ਕੇ ਉਹ ਚੀਜ਼ ਸਾਨੂੰ ਦਿਖਾਈ ਉਹ ਨਹੀਂ ਦਿੰਦੀ। ਇੱਕ ਵਾਰੀ ਜਿਹੜੀ ਗਈ ਮੁੜ ਕੇ ਨਹੀਂ ਆਈ ਘਰ ਦੇ ਵਿੱਚ। ਅੱਜ ਵੇਖ ਲਿਆ ਮੈਂ ਇਹਨੂੰ ਅੱਖੀਂ ਕਿ ਪਹਿਲਾ ਸਾਜੋ ਸਮਾਨ ਵੀ ਇਹੀ ਬਾਹਰ ਚੁੱਕ ਕੇ ਸੁੱਟਦਾ। ਨਿਠੁਰ ਨਿਡਰ ਸੁਟੀਠ ਇਸ ਜੈਸਾ। ਕਹਿੰਦੀ ਡਰਦਾ ਨਹੀਂ ਹੈ ਇਹ। ਤੈਨੂੰ ਕੀ ਲੱਗਦਾ ਵੀ ਇਹ ਆਂਸੂ ਡਰਦਾ? ਨਹੀਂ, ਇਹ ਬਚਣ ਵਾਸਤੇ ਕਰ ਰਿਹਾ ਹੈ। ਇਹ ਬੜਾ ਢੀਠ ਹੈ, ਐ ਨਹੀਂ ਮੰਨਣ ਵਾਲਾ ਇਹ। ਅਬ ਲੋ ਹੋ ਨਾ ਨਿਹਾਰਿਓ ਐਸਾ। ਇਹੋ ਜਿਹਾ ਜਵਾਕ ਕੋਈ ਹੈ ਹੀ ਨਹੀਂ ਜਿਹੜਾ ਘਰ ਦਾ ਸਮਾਨ ਬਾਹਰ ਸੁੱਟੇ। ਨਿਆਣੇ ਤਾਂ ਬਾਹਰੋਂ ਚੁੱਕ ਕੇ ਲਿਆਉਂਦੇ ਆ ਘਰਾਂ ਨੂੰ ਸਮਾਨ, ਸੁੱਟ ਕੇ ਥੋੜੀ ਆਉਂਦੇ ਨੇ। ਕੋਈ ਜਵਾਕ ਨਹੀਂ ਹੈ ਜਿਹੜਾ ਸਮਾਨ ਇਸ ਤਰ੍ਹਾਂ ਛੱਡੇ। ਇਹੀ ਹੈ ਸਾਰਿਆਂ ਤੋਂ ਵੱਖਰਾ ਤੇਰਾ ਭਤੀਜਾ। ਪੂਰਬ ਇਨ ਬਹੁ ਵਸਤ ਗਵਾਈ। ਸਾਰੀਆਂ ਚੀਜ਼ਾਂ ਏਸੇ ਨੇ ਗਵਾਈਆਂ ਨੇ ਘਰ ਚੋਂ ਪਹਿਲਾਂ। ਹਾਂ ਕਹਿ ਰਹੀ ਸਮਝ ਨਹ ਆਈ। ਮੈਂ ਬੜੀ ਕੋਸ਼ਿਸ਼ ਕੀਤੀ, ਬੜਾ ਮੈਂ ਕਿਹਾ ਨੌਕਰਾਂ ਨੂੰ, ਨੌਕਰਾਣੀਆਂ ਨੂੰ, ਆਂਢੀਆਂ ਗੁਆਂਢੀਆਂ ਨੂੰ ਵੀ ਕਿਹਾ, ਪਰ ਨਾ ਉਹ ਕਹਿੰਦੇ ਵੀ ਨਾ ਜੀ ਸਾਡੇ ਘਰੇ ਨਹੀਂ ਤੁਹਾਡੀ ਚੀਜ਼ ਹੈ, ਸਾਡੇ ਘਰੇ ਤਲਾਸ਼ੀ ਲੈ ਲਓ। ਅੱਜ ਪਤਾ ਲੱਗਿਆ ਸਾਸਨ ਯੋਗ ਅਭੈ ਤੁਝ ਛੋਰਾ। ਕਹਿੰਦੇ ਵੀ ਪੈਣੀਆਂ ਸਨ ਤੇਰੇ ਪੁੱਤਰਾ, ਹੁਣ ਤੇਰੇ ਚਾਚੇ ਨੇ ਤੈਨੂੰ ਛਡਾਤਾ ਕੇ, ਪਰ ਜੇ ਤੈਨੂੰ ਫੇਰ ਫਸ ਗਿਆ ਪੈਣਗੀਆਂ ਜ਼ਰੂਰ ਨਾ ਹੈ। ਕਹਿੰਦੀ ਅੱਗੇ ਅੱਜ ਛੱਡਿਆ ਤੈਨੂੰ ਚਾਚੇ ਨੇ ਛੁਡਾਤਾ, ਪਰ ਅੱਗੇ ਕਦੇ ਫੇਰ ਫਸ ਗਿਆ। ਐਸਾ ਕਾਜ ਨ ਕਰ ਪੁਨ ਔਰਾ। ਜਾਂ ਫਿਰ ਇਹ ਕੰਮ ਛੱਡ ਦੇ ਬਈ, ਜੇ ਕੁਟਾਈ ਤੋਂ ਬਚਣਾ ਫਿਰ ਇਹ ਕੰਮ ਛੱਡ ਦੇਣਾ, ਨਾ ਸੁੱਟਿਆ ਕਰ ਸਮਾਨ, ਗਾਇਬ ਨਾ ਕਰਿਆ ਕਰ, ਐ ਨਾ ਕਰਿਆ ਕਰ ਪੁੱਤਰ, ਨਹੀਂ ਤਾਂ ਕੁਟਾਈ ਹੋਣੀਓ ਹੋਣੀ ਐ। ਦੋਹਰਾ ਜਨਨੀ ਓ ਸਮਝਾਏ ਕੈ ਉਰ ਪਰ ਆਇਓ ਨੇਹੋ। ਆ ਵੇਖੋ ਹੁਣ ਮਾਂ ਦਾ ਹਿਰਦਾ ਕਿਉਂ ਜਿਹਾ ਹੁੰਦਾ, ਘੂਰਦਿਆਂ ਫਿਰ ਦੂਸਰੇ ਪਾਸੇ ਮੋਹ ਜਾ ਗਿਆ, ਫਿਰ ਪ੍ਰੇਮ ਦੇ ਵਿੱਚ ਛਕ ਜਾਂਦੀ ਐ। ਕਰ ਗਹਿ ਅੰਕ ਬਿਠਾਇਓ ਨਿਜ ਸੁਤ ਕਰਨਾ ਗੇਹੋ। ਫਿਰ ਚਾਚੇ ਦੇ ਕੋਲੋਂ ਪਕੜਿਆ ਤੇ ਆਪਣੇ ਪੁੱਤਰ ਨੂੰ ਪਕੜ ਕੇ ਫਿਰ ਆਪਣੀ ਗੋਦ 'ਚ ਬਿਠਾ ਲਿਆ। ਤਾਂ ਬਾਬਾ ਕਬੀਰ ਜੀ ਨੂੰ ਕਹਿਣਾ ਪਿਆ ਵੀ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦੇਤੇ। ਮਾਂ ਦੇਖੇ ਪੁੱਤਰ ਨੂੰ ਕਤਲ ਕਰਦਿਆਂ ਹੋਇਆ,
ਗਵਾਹੀ ਨਹੀਂ ਦਿੰਦੀ ਜੱਜ ਦੇ ਕੋਲ ਜਾ ਕੇ ਵੀ ਮੇਰੇ ਪੁੱਤਰ ਨੇ ਕਤਲ ਕੀਤਾ। ਨਾ, ਮੇਰੇ ਪੁੱਤਰ ਨੇ ਨਹੀਂ ਕੀਤਾ। ਕਦੇ ਨਹੀਂ ਕਹੂਗੀ ਵੀ ਮੇਰੀ ਅੱਖਾਂ ਦੇ ਸਾਹਮਣੇ ਉਹ ਨਾ। ਕਿਹੋ ਜਿਹਾ ਕੋਮਲ ਹਿਰਦਾ ਮਾਂ ਦਾ। ਕਹਿੰਦੇ ਨਹੀਂ ਵੀ ਹਾਂ ਮੈਂ ਮੇਰੇ ਪੁੱਤਰ ਨੇ ਸਾਹਮਣੇ ਖੜੀ ਵੇਖਦੀ, ਕਹੂਗੀ ਨਹੀਂ ਨਾ। ਦੁਨੀਆ ਕਹਿੰਦੀ ਤੇਰਾ ਪੁੱਤਰ ਚੋਰ, ਕਹਿੰਦੀ ਨਾ ਮੇਰਾ ਪੁੱਤ ਚੋਰ ਥੋੜੀ ਹੈ, ਮੇਰਾ ਪੁੱਤਰ ਤਾਂ ਚੰਗਾ ਹੈ। ਮਾਂ ਕਦੇ ਵੀ ਆਪਣੇ ਪੁੱਤਰ ਦੇ ਔਗਣ ਨੂੰ ਨਹੀਂ ਵੇਖਦੀ, ਕਦੇ ਵੀ। ਗੁਰਮੁਖੋ ਕੈਸੀ ਖੇਡ ਹੈ। ਘੂਰਿਆ, ਡੰਡਾ ਚੁੱਕਿਆ, ਸੁੱਟ ਦਿੱਤਾ ਡੰਡਾ, ਫੜ ਲਿਆ ਆਪੇ ਜਾ ਕੇ ਪੁੱਤਰ ਨੂੰ ਚਾਚੇ ਦੀ ਗੋਦ ਚੋਂ, ਕਹਿੰਦੀ ਲਿਆ ਮੈਨੂੰ ਦੇ। ਅੰਕ ਦੇ ਵਿੱਚ ਗੋਦ ਦੇ ਵਿੱਚ ਲੈ ਕੇ ਮਾਂ ਆਪਣੇ ਪੁੱਤਰ ਨੂੰ, ਜਿਹੜਾ ਪੁੱਤਰ ਕਰਨਾ ਕਰੇ ਕਿਰਪਾ ਦਾ ਘਰ ਹੈ। ਚੌਪਈ ਪਾਛਤ ਈਛਨ ਸਵਛਾਨਨ ਛਬ। ਹੁਣ ਆਪਣੇ ਦੁਪੱਟੇ ਦੇ ਨਾਲ ਆਪਣੇ ਪੁੱਤਰ ਦੇ ਹੰਝੂ ਸਾਫ਼ ਕਰਦੀ, ਨਾਲੇ ਆਪਣੇ ਹੰਝੂ ਸੁੱਟੀ ਜਾਂਦੀ ਹੈ। ਛਕੀ ਮੋਹ ਮੈਂ ਪਿਖ ਜਨਨੀ ਤਬ। ਉਸ ਵਕਤ ਮਾਂ ਨੂੰ ਮੋਹ ਦੇ ਵਿੱਚ ਵੇਖਣਾ ਕੀਤਾ। ਪਛਤਾਪ ਕਰਤ ਚਿਤ ਮਾਹੀ। ਮਾਂ ਹੁਣ ਪਛਤਾਵਾ ਕਰਦੀ ਹੈ ਆਪਣੇ ਮਨ ਦੇ ਵਿੱਚ। ਹਮਰੇ ਸਦਨ ਏਕ ਸੁਤ ਆਹੀ। ਕਹਿੰਦੀ ਕਮਲੀਏ ਇੱਕੋ ਇੱਕ ਤਾਂ ਤੇਰੇ ਕੋਲ ਪੁੱਤਰ ਹੈ, ਇੰਨਾ ਘੂਰਨਾ ਠੀਕ ਨਹੀਂ ਹੁੰਦਾ। ਠੀਕ ਹੈ ਥੋੜਾ ਬਹੁਤਾ ਕਹਿ ਦੋ, ਇੰਨਾ ਨਹੀਂ। ਫਿਰ ਪਛਤਾਵਾ ਕਰਦੀ ਹੈ ਆਪ ਹੀ। ਬਾਲ ਬੈਸ ਇਹ ਆਪਨ ਪਰ ਕੋ। ਕਹਿੰਦੀ ਵੀ ਹਾਲੇ ਤਾਂ ਬੱਚਾ ਹੈ, ਇਹਨੂੰ ਕੀ ਪਤਾ ਆਪਣੇ ਬਗਾਨੇ ਦਾ, ਦੇਣ ਲੈਣ ਦਾ ਇਹਨੂੰ ਪਤਾ ਹੀ ਨਹੀਂ, ਘਾਟੇ ਵਾਧੇ ਦਾ ਪਤਾ ਹੀ ਨਹੀਂ। ਹਾਲੇ ਬੱਚਾ ਜੋ ਹੋਇਆ। ਹਾਨ ਲਾਭ ਨਹਿ ਜਨ ਹੈ ਘਰ ਕੋ। ਇਹਨੂੰ ਨਹੀਂ ਪਤਾ ਹਲੇ ਹਾਨ ਲਾਭ ਦਾ, ਵੀ ਐ ਨੁਕਸਾਨ ਹੁੰਦਾ, ਇਸ ਤਰ੍ਹਾਂ ਲਾਭ ਹੁੰਦਾ, ਨਹੀਂ ਇਹਨੂੰ ਪਤਾ ਵਿਚਾਰੇ ਨੂੰ। ਵੱਡੋ ਹੋਏ ਸਮਝੈ ਸਭ ਰੀਤੀ। ਜਦੋਂ ਵੱਡਾ ਹੋ ਗਿਆ ਆਪਣੇ ਆਪ ਹੀ ਸਮਝ ਆ ਜੂਗੀ। ਵੱਡਾ ਹੋਊਗਾ ਨਾ ਆਪਣੇ ਆਪ ਹੀ ਸਮਝ ਆ ਜੂ। ਸਮਝ ਆਉਣ ਦਾ ਵੀ ਸਮਾਂ। ਸਾਡੇ ਬਹੁਤ ਘੂਰ ਕੇ ਰੱਖਦੇ ਆ ਨਿਆਣਿਆਂ ਨੂੰ, ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਮੈਂ ਕਿਉਂ ਕਮਲਿਓ, ਵੱਡਾ ਹੋ ਗਿਆ ਆਪੇ ਸਮਝ ਆ ਜਾਊਗਾ। ਜਿੱਥੇ ਆਖੋ ਸਤਨਾਮ। ਬਹੁਤ ਪ੍ਰੈਸ ਕਰਕੇ ਰੱਖਦੇ। ਕਈ ਤਾਂ ਬਹੁਤ ਘੁਮਾ ਕੇ ਚਾਟਾ ਮਾਰਦੇ ਨੇ ਵੀ ਐ ਕੀ ਕਰਤਾ। ਮੈਂ ਕੀ ਹੋ ਗਿਆ? ਜਿਹੜਾ ਕੁਝ ਘਰੇ ਕਰਦਾ ਗੁਆਂਢੀਆਂ ਦੇ ਕਰਤਾ, ਰਿਸ਼ਤੇਦਾਰਾਂ 'ਚ ਕਰਤਾ, ਤਾਂ ਕੀ ਹੋ ਗਿਆ? ਗੱਜ ਕੇ ਆਖੋ ਸਤਨਾਮ। ਨਿਆਣੇ ਤਾਂ ਨਿਆਣੇ ਹੁੰਦੇ ਆ ਵੀ ਘਰੇ ਤਾਂ ਜੋ ਮਰਜ਼ੀ ਕਰੇ, ਪਰ ਦੂਏ ਦੇ ਸਾਹਮਣੇ ਨਾ ਕਰੇ। ਆਪਣੇ ਆਪ ਹੀ ਗੁਰਮੁਖੋ ਸਮਝ ਆ ਜਾਣੀ ਸਮੇਂ ਦੇ ਨਾਲ। ਸੋ ਬੱਚੇ ਬੱਚੇ ਹੋਇਆ ਕਰਦੇ ਆ। ਮਾਤਾ ਕਹਿੰਦੀ ਵੱਡਾ ਹੋ ਗਿਆ ਆਪ ਹੀ ਸਮਝ ਆ ਜਾਊਗੀ, ਤੈਨੂੰ ਕੀ ਲੋੜ ਸੀ ਇੰਨਾ ਘੂਰਨ ਦੀ। ਅਬ ਡਰ ਪਾਵਨ ਕੀਨਹ ਨੀਤੀ। ਇੰਨਾ ਨਹੀਂ ਸੀ ਡਰਾਉਣਾ ਚਾਹੀਦਾ ਆਪਣੇ ਪੁੱਤਰ ਨੂੰ। ਔਰ ਵਿਚਾਰ ਕਰ ਇਹ ਬਿਧ ਮਾਤਾ। ਇਸ ਤਰ੍ਹਾਂ ਵਿਚਾਰ ਕਰਕੇ ਮਾਤਾ ਆਪਣੇ ਮਨ ਦੇ ਵਿੱਚ ਤਜਿਓ ਅੰਕ ਤੇ ਹਿਤ ਕਰ ਤਾਤਾ। ਤੇ ਆਪਣੇ ਪੁੱਤਰ ਨੂੰ ਛੱਡ ਦਿੰਦੀ ਹੈ ਗੋਦ ਦੇ ਵਿੱਚ। ਨਾ ਮਾਂ ਤੇ ਅਸਰ ਹੁੰਦਾ ਤੇ ਨਾ ਪੁੱਤਰ ਤੇ ਅਸਰ ਹੁੰਦਾ। ਅਸਰ ਨਹੀਂ ਹੁੰਦਾ। ਜਿੰਨਾ ਮਰਜ਼ੀ ਮਾਂ ਜੋ ਕਹੀ ਜਾ, ਬੱਚਾ ਥੋੜੀ ਹੁੰਦਾ ਨਾ। ਬਸ ਇੱਕ ਉਹਨਾਂ ਦੀ ਮਜਬੂਰੀ ਹੈ ਵੀ ਤੁਹਾਡੇ ਸਾਹਮਣੇ ਹੱਸਦੇ ਨੇ, ਦੂਸਰੇ ਪਾਸੇ ਫਿਰ ਖੁਸ਼ ਹੁੰਦੇ ਆ, ਭੁੱਲ ਕੇ ਨਾਲ ਦੀ ਨਾਲ। ਇਹ ਹੈ ਮੋਹ ਵਾਲੀ ਜ਼ਿੰਦਗੀ, ਪਿਆਰ ਵਾਲੀ ਜ਼ਿੰਦਗੀ। ਬਸ ਇਹੀ ਹੈ ਬਾਲਪਨ ਹੈ। ਬਸ ਫਿਰ ਅੱਗੇ ਜਾ ਕੇ ਤਾਂ ਖੇਡ ਵਿਗੜਦੀ ਹੋ ਜਾਂਦੀ ਹੈ। ਇਹੀ ਹੈ ਬਚਪਨ। ਇਹਦੇ ਵਿੱਚੋਂ ਹੀ ਰੱਬ ਵੇਖਿਆ ਜਾ ਸਕਦਾ ਹੈ। ਕੋਈ ਅਸਰ ਨਹੀਂ, ਪੁੱਤਰ ਤੇ ਕੋਈ ਅਸਰ ਨਹੀਂ ਹੈ। ਉਹ ਫੇਰ ਸਤਿਗੁਰੂ ਜੀ ਖੇਡਣ ਲੱਗ ਜਾਂਦੇ ਹਨ। ਖੇਲਣ ਲੱਗੇ ਬਾਲਕਨ ਮਾਹੀ। ਬੱਚਿਆਂ ਦੇ ਵਿੱਚ ਜਾ ਕੇ ਖੇਡਣ ਲੱਗ ਜਾਂਦੇ ਹਨ। ਜੇ ਕੇ ਦਰਸ਼ਨ ਦੋਖ ਨਸਾਹੀ। ਜਿਨ੍ਹਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਦੇ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੁੱਢਲਾ ਜੀਵਨ। ਸੰਸਾਰ ਨੂੰ ਸਿਖਾਉਂਦੇ ਨੇ, ਸੰਸਾਰ ਦੇ ਧਰਮੀ ਆਗੂਆਂ ਨੂੰ ਸਿਖਾਉਂਦੇ ਨੇ। ਸੰਸਾਰ ਦੇ ਲੋਕੋ, ਜੇ ਧਰਮੀ ਬਣਨਾ ਨਾ, ਸਭ ਤੋਂ ਪਹਿਲਾਂ ਤਿਆਗ ਸਿੱਖ ਲਓ, ਦੇਣਾ ਸਿੱਖ ਲਓ, ਫਿਰ ਸਾਡੇ ਜੀਵਨ ਦੇ ਵਿੱਚ ਧਰਮ ਆ ਜਾਏਗਾ।
पर जे सिर्फ लैना ही है, इकट्ठा करना ही है, बस ठीक है, फिर तुसी अपनी थां ते ठीक हो, ते धर्म अपनी थां ते टिकिया होया। ना धर्म अंदर आवे ते ना असी धर्म नूं अंदर वड़न दईए। वड़ ही नहीं सकता धर्म अंदर, अगे रोक लगे। यह शुरुआत अज इतिहासक दिहाड़ा है। कुछ समा विचार करते हैं आपां कि सतगुरु रामदास जी महाराज जिन्हां ने श्री अमृत शहर नूं वसाया, पवित्र धरती है ये पवित्र धरती क्यों है? क्योंकि इस धरती ते गुरु नानक साहब जी महाराज आउंदियां जांदियां टिकिया करते सन। इत्थे एक ढाब हुंदी सी, रास्ता यही सी लाहौर नूं जाण दा। ते गुरु नानक साहब जी महाराज सुल्तानपुर तो आउंदे जांदे इस रास्ते विच रुकिया करते सन। कई बारी सतगुरां जी ने चरण पाए इस धरती ते। एक बार सतगुरु जी टिके हुए, एक सिख ने लिया के सतगुरां जी दे अगे कड़ा प्रसाद अर्पण करता, प्रसाद बने। सतगुरां जी ने इस धरती नूं बख्शिश की। कहंदे भाई इत्थे हुण प्रसाद दा भंडारा ही चलिया करेगा, गज के आखो सतनाम श्री वाहिगुरू। भोग भी मोख भी ये धरती नूं गुरु नानक साहब जी दी बख्शिश है। अगे ही साधन होया करते, रास्ते दे विच किते पानी नेड़े है ना, उत्थे पानी पी लेना, हत्थ पैर धो लेने ते उत्थे बैठ जाना छां दे विच। साधन सी जदों तुर के जांदे। इसे धरती ते फिर गुरु अंगद देव जी महाराज आए, जदों गुरु नानक साहब जी नूं मिलण जांदे। ते फिर गुरु अमरदास जी महाराज जिन्हां नूं लै के गुरु अंगद देव जी महाराज आए, कहण लगे पुरखा इत्थे कालयुग दा सब तो वड्डा स्थान प्रगट होना है। गुरु नानक साहब जी ने इत्थे चरण पाए, तीन गुरु ते हुण गुरु अमरदास जी महाराज भाई जेठे नूं इत्थे लैके आए। कहंदे भी हुण तूं इह काम शुरू कर लै, इत्थे बख्शिश होई भी है। चौथे पातशाह आ गए इस धरती ते। ਤਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਨਗਰ ਵਸਾਇਆ ਤੇ ਇੱਥੇ ਫਿਰ ਸਤਿਗੁਰਾਂ ਜੀ ਨੇ ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਕਰਵਾਈ। ਇਹ ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰਾਈ, ਪਰ ਸਮਾਂ ਉਹਨਾਂ ਦੇ ਕੋਲ ਤਕਰੀਬਨ 7 ਸਾਲ ਦਾ ਹੈ। ਇਸ ਕਰਕੇ ਆਪਣੇ ਸਮੇਂ ਦੇ ਵਿੱਚ ਉਹਨਾਂ ਨਗਰ ਵਸਾਇਆ, ਬਹੁਤਾ ਧਿਆਨ ਨਗਰ ਵੱਲ ਦਿੱਤਾ ਤੇ ਇਹ ਸੇਵਾ ਸ਼ੁਰੂ ਕਰਾ ਦਿੱਤੀ। ਉਸ ਤੋਂ ਬਾਅਦ ਹੁਣ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆ ਗਏ। ਗੁਰੂ ਰਾਮਦਾਸ ਜੀ ਕਹਿੰਦੇ ਭਾਈ ਪਹਿਲਾਂ ਕੰਮ ਇਹ ਕਰਾ ਦੇ, ਜ਼ਿੰਮੇਵਾਰੀ ਤੁਹਾਡੇ ਕੋਲ ਹੈ, ਰੱਬ ਦਾ ਘਰ ਬਣਾਉਣਾ ਹੈ ਅੰਮ੍ਰਿਤ ਸਰੋਵਰ ਦੇ ਵਿੱਚ। ਫਿਰ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸਤਿਗੁਰਾਂ ਜੀ ਨੇ ਫਿਰ ਸਰੋਵਰ ਨੂੰ ਪੱਕਾ ਕਰਾਇਆ, ਪਰਿਕਰਮਾ ਪੱਕੀਆਂ ਕਰਾਈਆਂ, ਡੂੰਘਾ ਕਰਾਇਆ। ਫਿਰ ਗੁਰਮੁਖੋ ਅੱਜ ਦਾ ਸਮਾਂ ਆ ਗਿਆ 1588 ਦੇ ਵਿੱਚ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਅੰਮ੍ਰਿਤ ਸਰੋਵਰ ਦੇ ਤਲ ਤੇ ਨੀਂਹ ਪੱਥਰ ਰਖਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ। ਕਿਹਦੇ ਕੋਲੋਂ? ਸਾਈਂ ਮੀਆਂ ਮੀਰ ਜੀ ਦੇ ਕੋਲੋਂ, ਜਿਹਨੂੰ ਸਾਡੇ ਸੰਸਾਰ ਦੇ ਲੋਕ ਕਹਿੰਦੇ ਵੀ ਮੁਸਲਮਾਨ ਹੈ। ਪਰ ਸਤਿਗੁਰਾਂ ਜੀ ਦੀ ਨਜ਼ਰ ਦੇ ਵਿੱਚ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕਿਉਂਕਿ ਸਾਰਿਆਂ ਦੇ ਵਿੱਚ ਜੋਤ ਇੱਕੋ ਹੀ ਪ੍ਰਮਾਤਮਾ ਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ 'ਚ ਜੋਤ ਪ੍ਰਮਾਤਮਾ ਦੀ ਹੈ। ਗੁਰੂ ਜੀ ਨੇ ਕੋਈ ਭੇਦਭਾਵ ਸਮਝਦੇ, ਸਹਿਜ ਸੁਭਾਵਕ ਸਤਿਗੁਰਾਂ ਜੀ ਦਾ ਕਾਰਜ ਹੈ। ਫਿਰ ਸਤਿਗੁਰਾਂ ਜੀ ਨੇ ਇਸ ਨੂੰ ਸੰਪੂਰਨਤਾ ਬਖਸ਼ੀ। ਜਦੋਂ ਇਧਰੋਂ ਵਿਹਲੇ ਹੋਏ ਫਿਰ ਸਾਰੀ ਬਾਣੀ ਇਕੱਤਰ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਤੇ ਫਿਰ ਬਾਣੀ ਇਕੱਤਰ ਕਰਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਾ ਕੇ ਉਸੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਉਸੇ ਘਰ ਦੇ ਵਿੱਚ
ਹੁਣ ਲਾਓ ਹਿਸਾਬ ਵੀ ਉਹਨੂੰ ਆਪਾਂ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਜੀ, ਤੇ ਹਰੀ ਮੰਦਰ ਕਿਹਨੂੰ ਕਹਿੰਦੇ? ਉਹ ਮੰਦਰ, ਉਹ ਘਰ ਜਿਹਦੇ ਵਿੱਚ ਹਰੀ ਰਹਿੰਦਾ। ਫਿਰ ਹਰੀ ਕੌਣ ਹੋਇਆ ਬਈ? ਰੱਬ ਕੌਣ ਹੋਇਆ? ਜਿਹੜਾ ਵਿੱਚ ਬੈਠਿਆ ਉਹੀ ਹੈ ਨਾ, ਫਿਰ ਹੋਰ ਤਾਂ ਨਹੀਂ ਕੋਈ ਹੋਇਆ। ਤੁਹਾਡੇ ਘਰ 'ਚ ਤੁਸੀਂ ਰਹਿੰਦੇ ਹੋ ਨਾ, ਹੋਰ ਤਾਂ ਨਹੀਂ ਕੋਈ ਰਹਿੰਦਾ। ਜੇ ਉਹਦਾ ਨਾਮ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਉਹਦੇ ਵਿੱਚ ਕੌਣ ਬੈਠਿਆ? ਹਰੀਓ ਬੈਠਿਆ ਨਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮੇਸ਼ਰ ਸਰੂਪ ਬੈਠੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਰ ਵਕਤ ਗੁਰਬਾਣੀ ਦਾ ਕੀਰਤਨ ਹੋ ਰਿਹਾ, ਕੋਈ ਦੂਸਰੀ ਗੱਲ ਨਹੀਂ। ਪਾਤਸ਼ਾਹ ਜੀ ਨੇ ਸਮਝਾਇਆ ਵੀ ਆਪਣੀ ਕੀਰਤੀ ਦੇ ਵਿੱਚ ਕਰਤਾ ਪ੍ਰਮਾਤਮਾ ਬੈਠਿਆ, ਆਪਣੀ ਕੀਰਤੀ ਦੇ ਵਿੱਚ। ਸੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਉੱਤੇ ਬਖਸ਼ਿਸ਼ ਕੀਤੀ। ਸੰਸਾਰ ਦੇ ਅੰਦਰ ਸਾਰੇ ਧਰਮਾਂ ਦੇ ਮੰਦਰ ਨੇ, ਬੋਧੀਆਂ ਦੇ ਵੀ ਨੇ ਮੰਦਰ, ਜੈਨੀਆਂ ਦੇ ਵੀ ਨੇ, ਸਨਾਤਨ ਮਤਵਾਦ ਹਿੰਦੂਆਂ ਦੇ ਵੀ ਨੇ, ਈਸਾਈਆਂ ਦੇ ਚਰਚ ਨੇ, ਮੁਸਲਮਾਨਾਂ ਨੇ ਮਸਜਿਦ ਬਣਾਈ, ਪਰ ਉਹ ਸਾਰੇ ਕਹਿੰਦੇ ਵੀ ਇਹ ਸਾਡੇ ਨੇ। ਪਰ ਸਤਿਗੁਰਾਂ ਜੀ ਨੇ ਕਿਹਾ ਵੀ ਨਹੀਂ, ਇਹ ਹਰੀ ਦਾ ਮੰਦਰ ਹੈ, ਰੱਬ ਦਾ ਘਰ ਹੈ, ਕਿਸੇ ਦਾ ਘਰ ਨਹੀਂ, ਰੱਬ ਦਾ ਘਰ। ਤੇ ਰੱਬ ਦਾ ਘਰ ਸਭ ਦਾ ਘਰ, ਕਿਉਂਕਿ ਸਾਰੇ ਰੱਬ ਦੇ ਨੇ। ਤਾਂ ਪਾਤਸ਼ਾਹ ਜੀ ਨੇ 4 ਦਰਵਾਜ਼ੇ ਰੱਖੇ ਵੀ ਚਾਰੇ ਦਿਸ਼ਾਵਾਂ ਤੋਂ, ਚਾਰੇ ਵਰਣਾਂ ਦਾ, ਚਾਰੇ ਆਸ਼ਰਮਾਂ ਦਾ ਕੋਈ ਆ ਜਾਵੇ ਬਈ ਰੱਬ ਦਾ ਘਰ ਸਭ ਵਾਸਤੇ ਖੁੱਲ੍ਹਾ ਹੈ, ਤੁਹਾਨੂੰ ਕੋਈ ਪਾਬੰਦੀ ਨਹੀਂ, ਕੋਈ ਨਹੀਂ ਰੋਕ ਸਕਦਾ ਉੱਥੇ ਜਾਣ ਤੋਂ। ਕੋਈ ਆ ਜਾਏ, ਰੱਬ ਦਾ ਘਰ ਸਭ ਦਾ ਘਰ ਹੋਣਾ ਚਾਹੀਦਾ ਨਾ। ਸਭ ਦਾ ਘਰ ਹੈ ਉਹ, ਕੋਈ ਆ ਜਾਏ, ਸਭ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ, ਕੋਈ ਪਾਬੰਦੀ ਨਹੀਂ। ਤੇ ਬਾਕੀ ਤੁਸੀਂ ਜਾਓ ਮਸਜਿਦ ਦੇ ਵਿੱਚ, ਕੋਈ ਹਿੰਦੂ ਨਹੀਂ ਵੜ ਸਕਦਾ, ਕਿ ਹਿੰਦੂਆਂ ਦੇ ਮੰਦਰ ਦੇ ਵਿੱਚ ਸ਼ੂਦਰ ਨਹੀਂ ਵੜ ਸਕਦਾ, ਇਸਤਰੀ ਨਹੀਂ ਵੜ ਸਕਦੀ, ਜਾਣ ਨਹੀਂ ਦਿੰਦੇ। ਆ ਪਿੱਛੇ ਸਰਕਾਰ ਨੇ ਵੀ ਜ਼ੋਰ ਲਾ ਲਿਆ, ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਜ਼ੋਰ ਲਾ ਲਿਆ, ਪਰ ਉਹਨਾਂ ਨੇ ਇਸਤਰੀ ਨਹੀਂ ਅੰਦਰ ਵੜਨ ਦਿੱਤੀ। ਕਹਿੰਦੇ ਅਸੀਂ ਨਹੀਂ ਜਾਣ ਦਿੰਦੇ। ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸਤਰੀ ਅੰਦਰ ਜਾ ਸਕਦੀ, ਕਿਉਂਕਿ ਇਹ ਅਪਵਿੱਤਰ ਮੰਨੀ ਹੈ। ਇਸਤਰੀ ਨੂੰ ਅਪਵਿੱਤਰ ਕਿਹਾ ਹੈ, ਇਸ ਕਰਕੇ ਜਾਣ ਨਹੀਂ ਦਿੰਦੇ। ਤੇ ਨਾ ਮਸਜਿਦ ਵਾਲੇ ਪੜਨ ਦਿੰਦੇ ਆ ਕਿਸੇ ਬੀਬੀ ਨੂੰ। ਕਿਸੇ ਨੂੰ ਪੁੱਛੋ ਮੁਸਲਮਾਨ ਬੀਬੀ ਨੂੰ ਵੀ ਤੂੰ ਨਮਾਜ਼ ਪੜਨ ਮਸਜਿਦ 'ਚ ਕਿਉਂ ਨਹੀਂ ਜਾਂਦੀ? ਉਹ ਕਹਿੰਦੀ ਪੜਨੇ ਨਹੀਂ ਦਿੰਦੇ ਉੱਥੇ, ਸਾਨੂੰ ਅਪਵਿੱਤਰ ਹੈ। ਸੋ ਕਿਤੇ ਸ਼ੂਦਰ ਤੇ ਪਾਬੰਦੀ ਹੈ, ਕਿਤੇ ਇਸਤਰੀ ਤੇ ਪਾਬੰਦੀ ਹੈ, ਕਿਤੇ ਹਿੰਦੂ ਤੇ ਪਾਬੰਦੀ ਹੈ ਮਸਜਿਦ 'ਚ ਪੜਨ ਦੀ, ਤੇ ਕਿਤੇ ਮੰਦਰ ਦੇ ਵਿੱਚ ਪਾਬੰਦੀ ਹੈ। ਪਰ ਇਹ ਇੱਕ ਘਰ ਹੈ ਜਿਹਦੇ ਵਿੱਚ ਬੀਬੀ ਆਓ, ਭਾਈ ਆਓ, ਬੱਚਾ ਆਓ, ਕਿਸੇ ਧਰਮ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕੁਝ ਵੀ ਹੈ, ਅਸੀਂ ਐਤ ਹੈ ਤਾਂ ਅਸੀਂ ਏਕ ਪਿਤਾ ਏਕ ਸਕੇ, ਹਮ ਬਾਰਕ ਤੂੰ ਮੇਰਾ ਗੁਰਹਾਈ। ਹੈ ਤਾਂ ਇੱਕੋ ਹੀ ਪ੍ਰਮਾਤਮਾ ਦੇ ਬੱਚੇ ਆ ਨਾ ਆਪਾਂ। ਤੇ ਵੀ ਆਪਣੇ ਰੱਬ ਦੇ ਘਰੇ ਵਿੱਚ ਆਉਣ ਦੇ ਵਿੱਚ ਰੋਕ ਟੋਕ ਹੋਣੀ ਨਹੀਂ ਚਾਹੀਦੀ। ਤਾਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਕਹਿੰਦੇ ਵੀ ਕਿੰਨੇ ਮੰਦਰ ਬਣ ਗਏ ਤੇ ਕਿੰਨੇ ਬਣਨਗੇ ਪਤਾ ਨਹੀਂ, ਕਿੰਨੇ ਤਾਂ ਹੈਗੇ ਨੇ, ਕਿੰਨੇ ਹੋਣਗੇ, ਪਰ ਡਿੱਠੇ ਸਭੇ ਥਾਵ ਨਹੀਂ ਤੁਧ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਰ ਤੇਰੇ ਵਰਗਾ ਨਹੀਂ ਕਿਸੇ ਦਾ ਹੈ। ਕਿਉਂ? ਸਾਰਿਆਂ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਲਾਗੂ ਹੈ, ਪਰ ਇੱਥੇ ਕੋਈ ਨਿਯਮ ਨਹੀਂ। ਇੱਥੇ ਰੱਬ ਦਾ ਘਰ ਹੈ ਬਈ, ਕੋਈ ਆਵੇ, ਕੋਈ ਆਵੇ, ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਹੈ। ਪਾਤਸ਼ਾਹ ਜੀ ਨੇ ਕਿਹਾ, ਜੇ ਦਰ ਆਵਤ ਜਾਤਿਓ ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਹੋ ਜਿਹਾ ਦਰ ਕਿਵੇਂ ਛੱਡਦੀ ਹੈ ਬਈ ਜਿੱਥੇ ਆਉਣ ਜਾਣ ਤੇ ਸਾਨੂੰ ਪਾਬੰਦੀ ਨਹੀਂ, ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਜਾਓ, ਨਾ ਤੁਹਾਨੂੰ ਆਉਂਦਿਆਂ ਨੂੰ ਕੋਈ ਰੋਕੇ, ਨਾ ਕੋਈ ਜਾਂਦਿਆਂ ਨੂੰ ਰੋਕੇ। ਜੇ ਗੁਰਮੁਖੋ ਹੁਣ ਵੀ ਆਪਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਪਈ ਹੈ, ਫਿਰ ਆਪਾਂ ਨੇ ਤਾਂ ਭਾਵ ਸਮਝੇ ਨਹੀਂ ਆਈ ਜੋ ਆਪਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਨੇ। ਹੁਣ ਕਿਤੇ ਜਾਣ ਦੀ ਕੀ ਲੋੜ ਪਈ? ਜਦੋਂ ਤੁਹਾਨੂੰ ਉਦੋਤੀ ਮਿਲ ਗਿਆ, ਫਿਰ ਤਮਾਮ ਦੁਨੀਆ ਦੇ ਮੰਦਰ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਪਰ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪੈਰ ਰੱਖੋਗੇ ਨਾ, ਬਾਹਰੋਂ ਨੀਵਾਂ ਹੈ, ਅੰਦਰ ਨੀਵਾਂ ਹੈ, ਬਾਹਰੋਂ ਉੱਚਾ ਹੈ। ਸਮਝਾਇਆ ਸਤਿਗੁਰਾਂ ਜੀ ਨੇ ਵੀ ਰੱਬ ਨਿਮਰਤਾ ਨਾਲ ਮਿਲਦਾ ਹੈ। ਨਿਮਰਤਾ ਭਾਵ ਅੰਦਰ ਹੋਊਗਾ ਤਾਂ ਮਿਲਣਾ ਰੱਬ। ਨਿਮਰਤਾ
गरीबी गदा हमारी, खन्ना रेन सगल चारी, इसे अगे को ना टिके बिकारी। ये निमरता का घर है, निमरता दे विच रह के परमात्मा की प्राप्ति होनी। सो ये गुरु अर्जन देव महाराज जी ने बख्शिश संसार की झोली दे विच पाई गुरमुखो। इको एक श्री हरमंदर साहिब वर्ल्ड के अंदर, ये वर्गा ना है ते ना किसी तो बनना है। कोशिश बड़ी कर रहे हैं बनाने की भी, शायद बना लीए, पर कौन हुण जिहड़ा गुरु अर्जन देव महाराज जी ने बनाता, हुण गुरु अर्जन देव होवे ते तां बनावे ना। हुण गुरु अर्जन देव कौन बनूगा? बैठू कोई तत्ती थवी ते? जे कोई कहना है ना भी हाँ मैं गुरु है, उन्होंने कह भी तत्ती तवी ते बैठ पहला, फिर वेखदे हैं तैनूं बैठ जाएगा। नहीं, उथे बैठ के भी कहना तेरा किया मीठा लागै हर नाम पदारथ नानक मांगै। इस करके साध संगत जी के अंमृत सरोवर ते सचखंड श्री हरमंदर साहब, ये गुरु अर्जन देव महाराज जी की कीरत है। जो हुण जिहड़ा काम गुरुआं ने कीता ते वो एवें तां नहीं कीता, क्योंकि भुलने अंदर सब को अभुल गुरु करतार। तां ते साध संगत जी इहदे उत्ते कोई भी तर्क नहीं आपां ने कन्नां दे नाल सुनना बई ना, ये तो गुरु की निंदिया है। कोई अमृत सरोवर के खिलाफ बोले, कोई इमारत के खिलाफ बोले, कन्नां नाल सुनना नहीं ना बई, ये तो गुरु। फिर यदा भाव गलत सी, फिर जिन्होंने बनाया सारा कुछ। तुसीं ठीक हो गए, बड़े समझदार हो गए तुसीं। इसलिए आह गल नहीं कदे भी कन्नां नाल सुननी जिहड़ी गुरु ने बनाई हुई है। सचखंड श्री हरमंदर साहब गुरु अर्जन देव महाराज जी की देन है। अमृत सरोवर सतगुरां जी की देन है। जिहड़ी देन गुरु ते उहदे बारे ना कुछ सुनना ना कुछ विचारना, ये तो फिर सत बचन साधु उपदेश, इनू मनण दे विच ही अपना भला है। ना मनांगे तो अपना नुकसान होना है, आपां गुरु की खुशी नहीं लै सकांगे। आओ इतिहास अगे चलदा है। धन गुरु गोबिंद सिंह जी महाराज का समा कि जदों 6 महीने श्री आनंदपुर साहब के किले नूं घेरा पिया रहा, तो कुछ सिखा ने बेदावा लिख के देता। माझे दे सन खास करके महा सिंह अगवाई कर रहे थे, उन्होंने लिख के दे गए कि तू साडा गुरु नहीं, असीं तेरे सिख। पर जदों इलाके दे विच गए, लोकां ने लाणतां पाईआं, कहंदे भी ये तुसीं ठीक नहीं करिया। इस वक्त सतगुरां जी नूं छड्ड के आए हो तुसीं, ये ठीक नहीं कीता। तां इधर धन गुरु गोबिंद सिंह जी महाराज छड्ड के श्री आनंदपुर साहब का किला चमकौर की गढ़ी गुरु पातशाह जी मालवे दे विच आ जांदे। इत्थे भाई लखमीर भाई समीर है, दोवें भरा, तीसरा तख्त मल। उन्हां दे कोल सतगुरु जी टीके हुए ने दीने कांगड़। कि जदों सरहंद दे सूबे वजीर खान नूं पता चलिया, उन्हें एक चिट्ठी लिखी, कहना भी तुहानूं पता जिन्हों तुसीं कोल रखिया होया, इन्हें 6 महीने औरंगजेब दीआं फौजां नूं वक्त पा के रखिया, ये बागी है। इस करके जे तुसीं अपना भला चाहुंदे हो, इहनूं गिरफ्तार करके मेरे कोल पेश कर दिओ, ते मैं इहनूं औरंगजेब दे कोल भेज दिना। वो कहंदे भी तू अपने पीरां दा किन्ना क सत्कार करदा है, असीं उहदे नालों वध अपने सतगुरां जी दा सत्कार करदे हां। ये कदे भी नहीं हो सकदा भी अपने पीर नूं तुहाडे कोल पहुंचाईए। और ये जे तू आएगा ना, तो पहला असीं मरांगे, गुरु तक तू बाद च पहुंचेगा। गज के आखो सतनाम श्री वाहिगुरू। असीं अगे होवांगे, मरांगे असीं इस गुरु दे अगे। तू कहना सानू गिरफ्तार करवा दे। वजीद खान नूं गुस्सा आया, फिर इन्हें अपनी फौज लेके चढ़ाई करती। ते जदों सतगुरां जी नूं खबर मिली, सतगुरु जी कहंदे भाई कोई थां टिकाणा देखो लड़न वास्ते। वो कहंदे महाराज ये थां ठीक है, इत्थे लड़ांगे। सतगुरु जी कहंदे ना भाई, पिंडां दे कोल नहीं लड़ीदा हुंदा, लोकां दा नुकसान होऊगा। दुश्मन दा की पता है की कर जावे, आपां बखरे जो होके किते लड़न।
ਫਿਰ ਇਹ ਖਿਦਰਾਣੇ ਦੀ ਢਾਬ ਦੱਸੀ, ਇੱਥੇ ਆ ਕੇ ਸਤਿਗੁਰਾਂ ਜੀ ਨੇ ਮੂਰਤੀਆ ਬਣਾਇਆ। ਤੇ ਉਧਰੋਂ ਜਿਹੜੇ ਬੇਦਾਵਾ ਲਿਖ ਕੇ ਗਏ ਸੀ ਉਹ ਵੀ ਆ ਗਏ, ਉਹਨਾਂ ਨੂੰ ਪਤਾ ਚੱਲ ਗਿਆ ਤੇ ਉਹਨਾਂ ਨੇ ਅੱਗੇ ਆ ਕੇ ਮੋਰਚੇ ਸੰਭਾਲ ਲਏ। ਤੇ ਉਧਰੋਂ ਵਜੀਦ ਖਾਨ ਦੀ ਸੈਨਾ ਆਈ ਤੇ ਉਹਨਾਂ ਨੂੰ ਰੋਕਿਆ ਮਾਝੇ ਦੇ ਸਿੰਘਾਂ ਨੇ। ਮਾਈ ਭਾਗੋ ਨੇ ਚੰਗਾ ਖੰਡਾ ਖੜਕਾਇਆ। ਭਾਈ ਮਹਾਂ ਸਿੰਘ ਦੀ ਅਗਵਾਈ ਦੇ ਵਿੱਚ ਉਹ ਸਾਰੇ ਸਿੰਘ ਸ਼ਹੀਦ ਹੋ ਗਏ। ਤੇ ਜਦੋਂ ਪਾਣੀ ਨਾ ਮਿਲਿਆ ਤੇ ਘੋੜੇ ਪਿਆਸ ਦੇ ਕਾਰਨ ਮਰਨ ਲੱਗੇ, ਫੌਜ ਨੂੰ ਪਾਣੀ ਚਾਹੀਦਾ ਸੀ, ਨਹੀਂ ਮਿਲਿਆ ਤੇ ਵਜੀਦ ਖਾਨ ਪਿੱਛੇ ਮੁੜ ਆਉਂਦਾ। ਹੁਣ ਜਦੋਂ ਮੁੜ ਗਿਆ ਕੋਈ ਜਵਾਬੀ ਕਾਰਵਾਈ ਨਹੀਂ ਹੋ ਰਹੀ ਤਾਂ ਟਿੱਬੀ ਸਾਹਿਬ ਤੋਂ ਸਤਿਗੁਰੂ ਜੀ ਛਾਲ ਮਾਰ ਕੇ ਥੱਲੇ ਆਉਂਦੇ। ਤੇ ਹੁਣ ਉਹਨਾਂ ਸਿੰਘਾਂ ਨੂੰ ਸਤਿਗੁਰੂ ਜੀ ਵੇਖਦੇ ਨੇ ਜਿਹੜੇ ਸ਼ਹੀਦ ਹੋਏ ਨੇ, ਅੱਗੇ ਹੋ ਕੇ ਲੜੇ ਜਿਹੜੇ, ਤੇ ਦੇਖਦੇ ਵੀ ਕਿੱਥੋਂ ਲੈ ਕੇ ਕਿੱਥੇ ਤੱਕ ਲੜਿਆ। ਫਿਰ ਬਖਸ਼ਾਂ ਕਰਦੇ, ਮੇਰਾ 5000 ਮੇਰਾ 10,000 ਇਹ ਮੇਰਾ 20,000 ਇਹ ਮੇਰਾ 50,000। ਕਹਿੰਦੇ ਇੰਨਿਆਂ ਤੇ ਰਾਜ ਕਰੂਗਾ ਇਹ। ਬਖਸ਼ਾਂ ਕਰਦੇ ਹੋਏ ਜਦੋਂ ਪਹੁੰਚੇ ਭਾਈ ਮਹਾਂ ਸਿੰਘ ਦੇ ਕੋਲ, ਇਹ ਸਹਿਕਦਾ ਸੀ, ਬੜੀਆਂ ਗੋਲੀਆਂ ਲੱਗੀਆਂ ਹੋਈਆਂ, ਅੰਗ ਅੰਗ ਟੁੱਟਿਆ ਪਿਆ, ਬੜੇ ਤੀਰ ਲੱਗੇ ਹੋਏ, ਬਿੰਨਿਆ ਹੋਇਆ ਸਰੀਰ, ਬੇਵੱਸ ਹੈ, ਸਵਾਸ ਚੱਲਦੇ। ਪਾਤਸ਼ਾਹ ਜੀ ਗਏ, ਮੂੰਹ ਤੇ ਛਿੱਟਾ ਮਾਰਿਆ, ਰੁਮਾਲ ਦੇ ਨਾਲ ਮੁੱਖ ਪੂੰਝਿਆ ਤੇ ਬੈਠ ਕੇ ਨਾ ਕੋਲ ਉਹਦਾ ਸਿਰ ਗੋਦ 'ਚ ਲੈ ਲਿਆ। ਜਦੋਂ ਹੀ ਸਤਿਗੁਰਾਂ ਜੀ ਦਾ ਕਰ ਕਮਲ ਛੂਇਆ, ਉਹਦੀਆਂ ਅੱਖਾਂ ਖੁੱਲ ਗਈਆਂ। ਦੇਖਿਆ ਵੀ ਮੈਂ ਪਾਤਸ਼ਾਹ ਦੀ ਗੋਦ ਵਿੱਚ ਹੈ। ਹੱਥ ਜੋੜਨ ਦੀ ਕੋਸ਼ਿਸ਼ ਕਰਦੇ ਪਰ ਜੁੜਦੇ ਨਹੀਂ, ਬਾਹਾਂ ਟੁੱਟੀਆਂ ਪਈਆਂ ਨੇ। ਸਤਿਗੁਰੂ ਜੀ ਕਹਿੰਦੇ, ਮਹਾਸਿਆ ਵੀ ਤੇਰੀ ਕੁਰਬਾਨੀ ਧੰਨ, ਤੇਰੀ ਸੇਵਾ ਥਾਂ ਪਾਉਣੀ, ਲੈਣਾ ਕੀ ਹੈ ਤੂੰ? ਤੈਨੂੰ ਰਾਜ ਦੇ ਦਈਏ, ਤੈਨੂੰ ਤੰਦਰੁਸਤ ਕਰ ਦਈਏ, ਮੁਕਤ ਕਰ ਦਈਏ? ਉਹ ਕਹਿੰਦਾ ਨਾ ਮਹਾਰਾਜ, ਕੁਝ ਵੀ ਨਹੀਂ ਚਾਹੀਦਾ। ਸਾਹਿਬ ਜੀ ਕਹਿੰਦੇ ਹੋਰ ਦੱਸ? ਕਹਿੰਦਾ ਮਹਾਰਾਜ ਅਸੀਂ ਇੱਕ ਚਿੱਠੀ ਦਿੱਤੀ ਸੀ ਤੁਹਾਨੂੰ ਲਿਖ ਕੇ, ਬੇਦਾਵਾ, ਜੇ ਤਰੁੱਠੇ ਹੋ ਤਾਂ ਕਿਰਪਾ ਕਰਕੇ ਉਹ ਪਾੜ ਦਿਓ। ਸਾਹਿਬ ਜੀ ਕਹਿੰਦੇ ਉਹਨੂੰ ਛੱਡ ਜੋ ਪਿੱਛੇ ਹੋਣਾ ਸੀ। ਕਹਿੰਦੇ ਤੂੰ ਗੱਲ ਕਰ? ਕਹਿੰਦਾ ਨਾ ਮਹਾਰਾਜ, ਜਦ ਤੱਕ ਉਹ ਗੱਲ ਨਹੀਂ ਬਣਦੀ ਤੇ ਮੇਰੇ ਤੇ ਤਾਂ ਕਲੰਕ ਰਹੂਗਾ, ਦੋਸ਼ ਰਹੂਗਾ। ਵੀ ਨੇ 40 ਬੰਦੇ ਹੋਰ ਵੀ ਮਰਵਾਏ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਜਥੇਦਾਰ ਬਣਿਆ ਸੀ ਇਹ ਬੇਮੁਖਾਂ ਦਾ, ਬੇਦਾਵਾ ਲਿਖਣ ਵਾਲਿਆਂ ਦਾ। ਮੇਰਾ ਤਾਂ ਮੂੰਹ ਦੋਵੇਂ ਲੋਕਾਂ ਦੇ ਵਿੱਚ ਕਾਲਾ ਹੈ, ਸੋ ਲੋਕ ਦੇ ਵਿੱਚ ਵੀ, ਤੁਹਾਡੇ ਸਾਹਮਣੇ ਵੀ ਕਾਲਾ ਹੈ ਹੀ ਹੈ। ਮਹਾਰਾਜ ਕਿਰਪਾ ਕਰੋ, ਜੇ ਤਰੁੱਠੇ ਹੋ ਨਾ ਤਾਂ ਜਾਣ ਤੋਂ ਪਹਿਲਾਂ ਆਹ ਕੰਮ ਕਰ ਦਿਓ। ਪਾਤਸ਼ਾਹ ਜੀ ਨੇ ਬੇਦਾਵਾ ਕੱਢਿਆ। ਕਹਿਣ ਲੱਗੇ, ਲੈ ਵੀ ਪਿਆਰਿਆ, ਟੂਟੀ ਗੰਢ ਨਹਾਰ ਗੋਪਾਲ, ਮਾਲਕ ਟੁੱਟਿਆਂ ਹੋਇਆਂ ਦੀ ਗੰਢ ਦਾ। ਅੱਜ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਬੇਦਾਵਾ ਪੜ੍ਹਿਆ, ਆਪਣੇ ਗਲੇ ਦੇ ਨਾਲ ਲਾਇਆ ਤੇ ਉਹਨਾਂ ਨੂੰ ਸਤਿਗੁਰਾਂ ਜੀ ਨੇ ਫਿਰ ਖਿਤਾਬ ਬਖਸ਼ਿਆ। ਕਹਿੰਦੇ ਵੀ ਇਹ ਮੇਰੇ 40 ਮੁਕਤੇ ਨੇ, ਇਹਨਾਂ ਨੂੰ ਮੈਂ ਬੇਦਾਵੇ ਤੋਂ ਮੁਕਤ ਕਰ ਦਿੱਤਾ, ਆਪਣੇ ਨਾਲ ਮਿਲਾ ਲਿਆ। ਸਾਡੀ ਜਿਹੜੀ ਅਰਦਾਸ ਹੈ ਨਾ, ਉਹਦੇ ਵਿੱਚ 40 ਮੁਕਤੇ ਨਹੀਂ ਲਿਖਿਆ ਹੋਇਆ। ਮੈਂ ਬੇਨਤੀ ਕਰਦਾ, ਜੇ ਜਪਜੀ ਸਾਹਿਬ ਪੜ੍ਹਦੇ ਆ ਨਾ, ਅਰਦਾਸ ਵੀ ਪੜ੍ਹਿਆ ਕਰੋ, ਕਿਉਂਕਿ ਉਹ ਗੁਰਬਾਣੀ ਹੈ, ਇਹ ਪੰਥ ਬਾਣੀ ਹੈ, ਪੰਥ ਦੀ ਬਾਣੀ ਹੈ। ਇਹ ਵੀ ਅੱਖਰ ਜਿਉਂ ਦੇ ਤਿਉਂ ਬੋਲਣੇ ਨੇ ਜਿਵੇਂ ਲਿਖੇ ਹੋਏ ਨੇ, ਪੰਥ ਬਾਣੀ ਹੈ ਇਹ। ਪੰਥ ਬਾਣੀ ਸਾਰੇ ਪੰਥ ਨੇ ਇਕੱਠੇ ਹੋ ਕੇ ਅਰਦਾਸ ਬਣਾਈ ਹੋਈ ਹੈ ਇਹ। ਤੇ ਜੇ ਹੁਣ ਸਾਰੇ ਪੰਥ ਨੇ ਇਕੱਠੇ ਹੋ ਕੇ ਬਣਾਈ ਹੋਈ ਹੈ, ਆਪਾਂ ਪੰਥ ਦੇ ਵਿੱਚ ਇੱਕ ਅੰਗ ਹੈ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਰਦਾਸ ਨੂੰ ਪੜ੍ਹੋ, ਉਹਨੂੰ ਯਾਦ ਕਰੋ ਤੇ ਉਸੇ ਤਰ੍ਹਾਂ ਇੰਨ ਬਿੰਨ ਬੋਲੋ ਜਿਵੇਂ ਲਿਖਿਆ ਹੋਇਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਧਾ ਘਾਟਾ ਨਹੀਂ ਕਰਨਾ। ਉੱਥੇ ਲਿਖਿਆ 40 ਮੁਕਤਿਆਂ, 40 ਮੁਕਤੇ ਨਹੀਂ ਲਿਖਿਆ, ਕਿਉਂਕਿ ਮੁਕਤਸਰ ਦੇ, ਮੁਕਤੇ ਚਮਕੌਰ ਸਾਹਿਬ ਦੇ, ਤੇ ਇੱਕ ਮੁਕਤੇ ਸਿੱਖ ਇਤਿਹਾਸ ਦੇ ਵਿੱਚ ਆਉਂਦੇ ਜਿਨ੍ਹਾਂ ਨੂੰ 40 ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਸੀ। ਇਸ ਕਰਕੇ ਇਹ 3 ਥਾਂ ਦਾ ਇਤਿਹਾਸ ਹੈ। 40 ਮੁਕਤਿਆਂ ਜਿਹੜਾ ਸ਼ਬਦ ਹੈ ਨਾ, ਆਪਾਂ 40 ਮੁਕਤੇ ਨਹੀਂ ਕਹਿਣੇ, ਤਾਂ ਕਹਿੰਦੇ ਆ ਵੀ 40 ਮੁਕਤਿਆਂ, ਕਿਉਂਕਿ ਉਹ 3 ਥਾਂ ਤੇ ਨੇ 40 ਮੁਕਤੇ। ਤੇ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਨੇ ਆਪ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ।
ਕਿ ਆਪ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ ਅਰਦਾਸ ਦੇ ਵਿੱਚ ਖੜੇ, ਤੇ ਇਸ ਖਦਰਾਣੇ ਦੀ ਢਾਬ ਨੂੰ ਸਤਿਗੁਰਾਂ ਜੀ ਨੇ ਫਿਰ ਮੁਕਤਸਰ ਦਾ ਵਰਦਾਨ ਦਿੱਤਾ ਕਿ ਭਾਈ ਇਹ ਉਹ ਧਰਤੀ ਹੈ ਜਿਸ ਉੱਤੇ 40 ਨੂੰ ਮੁਕਤ ਕੀਤਾ। ਜਿਹੜਾ ਵੀ ਟੁੱਟਿਆ ਹੋਇਆ ਉਹ ਆਪਣੇ ਆਪ ਨੂੰ ਗੁਰੂ ਦੇ ਕੋਲੋਂ ਜਦੋਂ ਮਰਜ਼ੀ ਬਖਸ਼ਾ ਸਕਦਾ, ਕਿਉਂਕਿ ਸਤਿਗੁਰੂ ਜੀ ਟੁੱਟੀ ਨੂੰ ਗੰਢਣ ਵਾਲੇ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਭਾਈ ਆਪਾਂ ਜਿਹੜਾ ਬੇਦਾਵਾ ਲਿਖੀ ਫਿਰਦੇ ਆ ਨਾ, ਆਓ ਆਪਾਂ ਵੀ ਸਤਿਗੁਰਾਂ ਜੀ ਤੋਂ ਪੜਾ ਲਈਏ। ਇਹ ਮਹਾਰਾਜ ਪਤਾ ਨਹੀਂ ਕਦੋਂ ਸੁਆਸ ਪੂਰੇ ਹੋ ਜਾਣੇ ਨੇ, ਕੋਈ ਪਤਾ ਨਹੀਂ ਹੈ। ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ। ਇਸ ਕਰਕੇ ਆਪਾਂ ਵੀ ਆਪਣਾ ਬੇਦਾਵਾ ਗੁਰੂ ਨੂੰ ਦਈਏ ਕਿ ਮਹਾਰਾਜ ਸਾਡੇ ਵਾਲਾ ਵੀ ਪਾੜ ਦਿਓ, ਅਸੀਂ ਵੀ ਟੁੱਟੇ ਹੋਏ ਆ ਤੇ ਸਾਨੂੰ ਵੀ ਆਪਣੇ ਨਾਲ ਗੰਢ ਲੈਣਾ। ਇਤਨੇ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਉਹਨਾਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਇਹ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਇਹ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਇਹ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਇਹ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਇਹ ਸੰਤਨ ਕੈ ਸਦਾ ਸੰਗ ਨਿਧਾਰਾ ਆਧਾਰ। ਇਹ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀ ਜੈ ਨਾਮ ਦਾਨ ਰਾਖੋ ਇਹ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।